ਗੁਰੂ ਸਾਹਿਬ ਜੀ। ਫਿਰਤ ਫਿਰਤ ਭੇਟੇ ਜਨ ਸਾਧੂ, ਪੂਰੇ ਗੁਰ ਸਮਝਾਇਆ, ਆਨ ਸਗਲ ਬਿਦ ਕਾਮ ਨ ਆਵੈ। ਹਰ ਹਰ ਨਾਮ ਧਿਆਇਆ, ਅਨ ਕਾਏ ਰਾਤੜਿਆ, ਵਾਟ ਦੁਹੇਲੀ ਰਾਮ। ਪਾਪ ਕਮਾਵਦਿਆ, ਤੇਰਾ ਕੋਇ ਨ ਬੇਲੀ ਰਾਮ। ਕੋਇ ਨ ਬੇਲੀ ਹੋਏ ਤੇਰਾ, ਸਦਾ ਪਛੁਤਾਵਹਿ। ਗੁਣ ਗੋਪਾਲ ਨ ਜਪਹਿ ਰਸਨਾ, ਫਿਰ ਕਦਹੋਂ ਸੇ ਦੇਹ ਆਵਹਿ। ਤਰਵਰ ਵਿਸ਼ੁੰਨੇ ਨਹਿ ਪਾਤ ਜੁੜਤੇ, ਜਮ ਮਗ ਗੌਨ ਕੇਲੀ। ਬਿਨਵੰਤ ਨਾਨਕ ਬਿਨ ਨਾਮ ਹਰਿ ਕੈ, ਸਦਾ ਫਿਰਤ ਦੁਹੇਲੀ। ਮੇਰੇ ਜੀਅੜਿਆ ਪਰਦੇਸੀਆ, ਕਿਤ ਪਵਹਿ ਜੰਜਾਲੇ ਰਾਮ। ਸਾਚਾ ਸਾਹਿਬ ਮਨ ਵਸੈ, ਕੀ ਫਾਸਹਿ ਜਮ ਜਾਲੇ ਰਾਮ। ਮਸਲੀ ਵਿਸ਼ੁੰਨੀ ਨੈਣ ਰੁੰਨੀ, ਜਾਲ ਬਦਕ ਪਾਇਆ। ਸੰਸਾਰ ਮਾਇਆ ਮੋਹ ਮੀਠਾ, ਅੰਤ ਪਰਮ ਚੁਕਾਇਆ। ਭਗਤ ਕਰ ਚਿਤ ਲਾਏ ਹਰਿ ਸਿਉ, ਛੋੜ ਮਨਹੁ ਅੰਦੇਸਿਆ। ਸਚ ਕਹਿ ਨਾਨਕ ਚੇਤ ਰੇ ਮਨ, ਜੀਅੜਿਆ ਪਰਦੇਸੀਆ। ਬੇਸੁਮਾਰ ਥਾਹ ਅਗਨਤ ਤੋਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਕਬੀਰ ਗਹਿ ਗਚ ਪਰਿਓ ਕੁਟੰਬ ਕੈ, ਕੰਠ ਰਹਿ ਗਇਓ ਰਾਮ। ਆਏ ਪਰੇ ਧਰਮ ਰਾਏ ਕੇ, ਬੀਚਹਿ ਤੁਮਾ ਧਾਮ। ਕਬੀਰ ਸਾਕਤ ਤੇ ਸੂਕਰ ਭਲਾ, ਰਾਖੈ ਆਛਾ ਗਾਓ। ਓ ਸਾਕੁਤ ਬਪੁਰਾ ਮਰ ਗਿਆ, ਕੋਇ ਨਾ ਲਹਿ ਨਾਉ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਚਲ ਕਿਰਪਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਦੀਨ ਦਇਆਲ ਪਾਤਸ਼ਾਹ ਤਿਨਾਂ ਦੀ ਅਥਾਹ ਰਹਿਮਤ ਹੈ, ਅਪਾਰ ਬਖਸ਼ਿਸ਼ ਹੈ, ਅਸਗਾਹ ਤਰਸ ਹੈ ਸਤਿਗੁਰੂ ਸਾਹਿਬ ਜੀ ਦਾ, ਜੋ ਸਾਨੂੰ ਸਭ ਨੂੰ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਤਸੰਗਤ ਰੂਪ ਵਿੱਚ ਜੁੜ ਬੈਠਣ ਦਾ, ਸ਼ਬਦ ਦੇ ਨਾਲ ਜੁੜ ਕੇ ਆਪਣੇ ਜੀਵਨ ਦੀ ਸਭ ਤੋਂ ਅਮੋਲਕ ਸਾਧਨਾ ਕਰਨ ਦਾ ਅਵਸਰ ਬਖਸ਼ਿਸ਼ ਕਰਕੇ ਨਵਾਜ਼ਿਸ਼ ਕੀਤੀ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਆਪਣੇ ਮਨੁੱਖਾ ਜਨਮ ਦੇ ਇਸ ਦੁਰਲੱਭ ਅਵਸਰ ਨੂੰ ਸਕਾਰਥ ਕਰਦਿਆਂ ਹੋਇਆਂ ਗੁਰੂ ਕੀ ਦਸੀ ਹੋਈ ਕਾਰ ਨੂੰ ਕਮਾਉਣ ਦਾ ਯਤਨ ਕਰ ਰਹੇ ਹੋ ਜੀ। ਪਾਵਨ ਬਾਣੀ ਦੇ ਅੰਮ੍ਰਿਤਮਈ ਕੀਰਤਨ ਦੁਆਰਾ ਆਪ ਜੀ ਨਿਹਾਲ ਹੋ ਰਹੇ ਸੀ। ਪਾਵਨ ਬਾਣੀ ਲੜੀਵਾਰ ਵਿਆਖਿਆ ਦੇ ਅੰਤਰਗਤ ਆਪ ਜੀ ਭਗਤ ਸਾਹਿਬ ਭਗਤ ਕਬੀਰ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਸ਼ਲੋਕਾਂ ਦੀ ਵਿਚਾਰ ਸ਼ਰਵਣ ਕਰਕੇ ਗੁਰੂ ਬਖਸ਼ਿਸ਼ ਦੇ ਪਾਤਰ ਬਣਦਿਆਂ ਹੋਇਆਂ ਗੁਰੂ ਸ਼ਬਦ ਦੇ ਦੀਪਕ ਨੂੰ ਆਪਣੇ ਅੰਦਰੂਨੀ ਜੀਵਨ ਦੇ ਵਿੱਚ ਜਗਾਉਣ ਦਾ, ਉਸ ਦੇ ਪ੍ਰਕਾਸ਼ ਨੂੰ ਮਾਨਣ ਦਾ ਸ਼ੁਭ ਯਤਨ ਨਿਰੰਤਰ ਕਰਦੇ ਹੋ ਜੀ। ਸੁਭਾਗਸ਼ਾਲੀ ਹੋ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਗਹਿ ਗਚ ਪਰਿਓ ਕੁਟੰਬ ਕੈ, ਕਾਂਠੈ ਰਹਿ ਗਇਓ ਰਾਮ। ਲੜੀਵਾਰ ਸ਼ਲੋਕਾਂ ਦੇ ਅੰਤਰ ਭਗਤ ਕਬੀਰ ਸਾਹਿਬ ਜੀ ਨੇ ਇਸ ਤੋਂ ਪਹਿਲੇ ਸ਼ਲੋਕ ਦੇ ਵਿੱਚ ਬਖਸ਼ਿਸ਼ ਕਰਕੇ ਨਵਾਜ਼ਿਸ਼ ਕੀਤੀ ਸੀ ਕਿ ਜਦੋਂ ਮਨੁੱਖ ਜਲ ਥਲ ਦੇ ਵਿੱਚ ਵਿਆਪਕ ਅਕਾਲ ਪੁਰਖ ਦੀ ਹਸਤੀ ਦੇ ਭੇਦ ਨੂੰ ਗੁਣਾ ਕਰਕੇ, ਰਸ ਕਰਕੇ, ਉਹਦੀ ਵਿਸ਼ੇਸ਼ਤਾ ਕਰਕੇ ਬੁੱਝ ਲਏ ਤਾਂ ਫਿਰ ਉਹ ਸ੍ਰਿਸ਼ਟੀ ਦੇ ਹਰੇਕ ਨੁਕਤੇ ਨਾਲ ਜੁੜ ਕੇ ਉਸ ਦਾ ਅਭਿਆਸ ਕਰਦਿਆਂ ਹੋਇਆਂ ਪ੍ਰਭੂ ਤੱਕ ਪੁੱਜਣ ਦਾ, ਉਸ ਦੇ ਵਿੱਚ ਅਭੇਦ ਹੋਣ ਦਾ ਜਿਹੜਾ ਹੈ ਸ਼ੁੱਧ ਅਧਿਆਤਮਿਕ ਯਤਨ ਕਰਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਸਾਨੂੰ ਭੰਵਰ ਦੀ ਉਦਾਹਰਣ ਦੇ ਕੇ ਬਖਸ਼ਿਸ਼ ਕੀਤੀ ਸੀ ਕਿ ਜਿਵੇਂ ਭੰਵਰ ਹਰੇਕ ਫੁੱਲ 'ਤੇ ਬੈਠਦਾ ਅਤੇ ਉਹਦਾ ਇੱਕੋ ਹੀ ਵਾਸਤਾ ਹੁੰਦਾ ਹੈ ਕਿ ਉਸ ਨੇ ਰਸ ਗ੍ਰਹਿਣ ਕਰਨਾ ਹੁੰਦਾ ਹੈ। ਇਸੇ ਪ੍ਰਕਾਰ ਜਿਹੜਾ ਪਰਮੇਸ਼ਰ ਦਾ ਭਗਤ ਹੋ ਜਾਂਦਾ ਹੈ, ਉਹ ਜਿਸ ਵੀ ਜੀਵਨ ਦੇ ਪੱਧਰ 'ਤੇ ਜਿਸ ਵੀ ਸਥਿਤੀ ਦੇ ਵਿੱਚ ਵਿਚਰਦਾ ਹੈ, ਉੱਥੇ ਗੁਣ ਰੂਪ ਦੇ ਨਾਲ ਸਾਂਝ ਪਾ ਕੇ ਜੋ ਪ੍ਰਭੂ ਨੇ ਉਸ ਵਸਤ ਦੇ ਵਿੱਚ ਵਿਸ਼ੇਸ਼ਤਾ ਪ੍ਰਗਟਾਈ ਹੈ, ਜਾਂ ਉਹ ਵਸਤ ਧਰਤੀ ਦੇ ਬ੍ਰਹਿਮੰਡ ਦੇ ਕਿਸ ਅਰਥ ਲਈ ਸਾਜੀ ਗਈ ਹੈ, ਇਸ ਦੀ ਖੋਜ ਕਰਕੇ ਭਗਤੀ ਦੇ ਵੱਡੇ ਰੈਲਮ ਦੇ ਵਿੱਚ ਜਾ ਕੇ ਜਿਉਂਦਾ ਹੈ ਅਤੇ ਹਰ ਵਕਤ ਉਹ ਭਗਤੀ ਦੇ ਅਭਿਆਸ ਨਾਲ ਅਕਾਲ ਪੁਰਖ ਦੀ ਨਿਕਟਤਾ ਦੇ ਅਭਿਆਸ ਵਿੱਚ ਰਹਿੰਦਾ ਹੈ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਕਬੀਰ ਗਹਿ ਗਚ ਪਰਿਓ ਕੁਟੰਬ ਕੈ, ਕਾਂਠੈ ਰਹਿ ਗਇਓ ਰਾਮ। ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਵਿਚਾਰਕ ਨੁਕਤਾ ਇਸ ਪ੍ਰਕਾਰ ਬਣਦਾ ਹੈ ਕਿ ਮਨੁੱਖ ਦੇ ਕੋਲ ਇੱਕ ਜਿਹੜਾ ਹੈ ਜੀਵਨ ਦਾ ਮਨੋਰਥ ਹੈ ਕਿ ਅਧਿਆਤਮਿਕ ਯਤਨ ਕਰਕੇ, ਅਧਿਆਤਮਿਕ ਕਰਮ ਕਰਕੇ ਆਪਣੇ ਆਤਮ ਸਰੂਪ ਦੇ ਅਸਲ ਨੂੰ ਪਛਾਨਣਾ ਅਤੇ ਆਪਣਾ ਸਮੁੱਚਾ ਜੀਵਨ ਉਹਦੇ ਵਿੱਚ ਲੈ ਕਰਕੇ ਅਭੇਦ ਹੋ ਜਾਣਾ ਅਤੇ ਅੰਤ ਮੁਕਤੀ ਦੇ ਸਹਿਤ ਹੋ ਜਾਣਾ। ਇਹ ਅਧਿਆਤਮਿਕ ਦਾ ਇੱਕ ਮਨੋਰਥ ਮੰਨਿਆ ਜਾਂਦਾ ਹੈ। ਇਹ ਜਿਹੜਾ ਮਨੁੱਖਾ ਜਨਮ ਹੈ, ਇਸ ਦਾ ਇੱਕ ਮਹੱਤਵਪੂਰਨ ਪੱਖ ਇਹ ਹੈ ਕਿ ਉਸ ਅਸਲ ਨੂੰ ਪਛਾਣਨ ਦੇ ਲਈ ਜਾਂ ਆਪਣੇ ਅਸਲ ਦੇ ਵਿੱਚ ਅਭੇਦ ਹੋਣ ਲਈ ਸਾਡਾ ਬਹੁਤ ਜ਼ਿਆਦਾ ਮਦਦਗਾਰ ਹੈ।
ਪਰ ਕੀ ਹੈ ਕਿ ਮਨੁੱਖ ਜਦੋਂ ਅਧਿਆਤਮਕ ਗੱਲ ਕਰਦਾ ਹੈ, ਉਹਦੇ ਸਾਹਮਣੇ ਐਸੀਆਂ ਬੜੀਆਂ ਸਮੱਸਿਆਵਾਂ ਨੇ ਜਿਹਦੇ ਤੋਂ ਉਹਦੇ ਕੋਲ ਜ਼ਿੰਦਗੀ ਭਰ ਪਾਰ ਨਹੀਂ ਪਾਇਆ ਜਾਂਦਾ, ਕਿਉਂਕਿ ਉਹ ਅਧਿਆਤਮ ਦੀ ਚੋਣ ਜੀਵਨ ਦੇ ਬੜੇ ਕਿਸੇ ਲਾਸਟਲੇ ਹਿੱਸੇ ਵਾਲੇ ਵਿੱਚ ਕਰਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਅੱਜ ਦੇ ਸ਼ਲੋਕ ਦੁਆਰਾ ਉਪਦੇਸ਼ ਬਖਸ਼ਿਸ਼ ਕਰਕੇ ਨਿਵਾਜਿਸ਼ ਕਰ ਰਹੇ ਹਨ ਕਿ ਮਨੁੱਖ ਨੇ ਜੇ ਅਧਿਆਤਮਕ ਕਰਮਾਂ ਦੀ ਕੋਈ ਸਿਲਸਿਲਾ ਆਰੰਭ ਕਰਨਾ ਹੈ ਤਾਂ ਜਿੰਨੀ ਸ਼ਿੱਦਤ ਦੇ ਨਾਲ ਸੰਸਾਰ ਨੂੰ ਰਿਝਾਉਣਾ ਚਾਹੁੰਦਾ ਹੈ, ਜਿੰਨੀ ਸ਼ਿੱਦਤ ਦੇ ਨਾਲ ਆਪਣਾ ਮਾਨਸਿਕ ਅਤੇ ਸਰੀਰਕ ਜੀਵਨ ਦੇ ਤਲ 'ਤੇ ਜਿਉਂਦਾ ਹੈ, ਉਹਦੇ ਨੂੰ ਕਿਤੇ ਜ਼ਿਆਦਾ ਸ਼ਿੱਦਤ ਯਤਨ ਜਿਹੜਾ ਹੈ ਅਧਿਆਤਮਕ ਜੀਵਨ ਦੀ ਤਰਫ ਕਰਨਾ ਪਏਗਾ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਕਬੀਰ ਗਹਿ ਗਚ ਪਰਿਓ ਕੁਟੰਬ ਕੈ। ਗਹਿ ਗਚ ਦਾ ਭਾਵ ਇਹ ਹੈ ਕਿ ਜਿਵੇਂ ਆਪ ਜੀ ਨੇ ਕੱਚਿਆਂ ਮਕਾਨਾਂ ਦਾ ਨਿਰਮਾਣ ਦੇਖਿਆ ਹੋਵੇ ਕਦੇ, ਤਾਂ ਉਹਦਾ ਕੀ ਹੁੰਦਾ ਸੀ ਕਿ ਉਹਦੇ ਵਿੱਚ ਕੁਝ ਲੱਕੜ ਆਦਿਕ ਵਸਤ ਲਗਾ ਕੇ ਤਾਂ ਬਹੁਤ ਸਾਰੀ ਮਿੱਟੀ ਥੱਪ ਦਿੱਤੀ ਜਾਂਦੀ ਸੀ, ਤਾਂ ਫਿਰ ਥੋੜ੍ਹਾ ਜਿਹਾ ਉਹਨੂੰ ਅੱਗੋਂ ਫਿਰ ਖੋਖਲਾ ਕਰਕੇ ਫਿਰ ਗੱਚ ਇਸ ਤਰ੍ਹਾਂ ਮਤਲਬ ਜੋੜ ਕੇ ਤਾਂ ਉਹ ਕਾਫੀ ਦਿਨਾਂ ਦੇ ਵਿੱਚ ਉਹਦੀ ਉਸਾਰੀ ਹੁੰਦੀ ਸੀ। ਤਾਂ ਇਸੇ ਪ੍ਰਕਾਰ ਜਦੋਂ ਕਿਤੇ ਫਿਰ ਮੀਂਹ ਪੈਣਾ ਤਾਂ ਉਹ ਕਈ ਵਾਰੀ ਇੱਕ ਇਕੱਠਾ ਹੀ ਹਿੱਸਾ ਉਹਦਾ ਝੜ ਜਾਂਦਾ ਹੁੰਦਾ ਸੀ ਉਸ ਮਕਾਨ ਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਗਹਿ ਗਚ, ਭਾਵ ਕਿ ਇੰਨਾ ਜ਼ਿਆਦਾ ਪਰਿਵਾਰਕ ਨੁਕਤੇ ਤੋਂ ਪਦਾਰਥਕ ਨੁਕਤੇ ਤੋਂ ਮਨੁੱਖ ਫਸਿਆ ਹੋਇਆ ਹੈ, ਇੰਨਾ ਜ਼ਿਆਦਾ ਉਹਦੇ ਵਿੱਚ ਖੁੱਭਿਆ ਹੋਇਆ ਹੈ ਕਿ ਉਹਦੀ ਹੋਂਦ ਜਿਹੜੀ ਹੈ ਉਹ ਪਦਾਰਥਾਂ ਤੋਂ ਬਿਨਾਂ, ਪਰਿਵਾਰਕ ਮੋਹ ਦੇ ਸੰਬੰਧਾਂ ਤੋਂ ਬਿਨਾਂ ਅਤੇ ਜਿਹੜਾ ਹੋਰ ਜੀਵਨ ਦਾ ਮਾਇਆ ਵਾਲਾ ਪ੍ਰਭਾਵ ਚੱਲ ਰਿਹਾ ਉਹਦੇ ਤੋਂ ਬਿਨਾਂ ਉਹਦੀ ਪੂਰੀ ਨਹੀਂ ਹੋ ਰਹੀ। ਅਤੇ ਕਹਿੰਦੇ ਜਿਹੜਾ ਇਸ ਤਰ੍ਹਾਂ ਦਾ ਜੀਵਨ ਹੈ, ਕੰਠੈ ਰਹਿ ਗਇਓ ਰਾਮ, ਉਹਨੇ ਆਪਣੇ ਜੀਵਨ 'ਚ ਜਿਹੜੇ ਅਧਿਆਤਮਕ ਜਾਂ ਪ੍ਰਭੂ ਦੇ ਨਾਲ ਜੁੜਨ ਦੀ ਸਾਧਨਾ ਕਰਨੀ ਸੀ ਉਹ ਕਿੱਥੇ ਰਹਿ ਜਾਏਗੀ, ਕਿਉਂਕਿ ਉਹਦੇ ਵਿੱਚ ਕੋਈ ਸਪੇਸ ਨਹੀਂ ਬਣ ਰਹੀ। ਜਦੋਂ ਗਹਿ ਗਚ ਦਾ ਭਾਵ ਹੁੰਦਾ ਕਿ ਪੂਰਾ ਜੁੜਿਆ ਹੋਇਆ ਹੈ। ਜਿਵੇਂ ਕਈ ਵਾਰੀ ਅਸੀਂ ਜੰਗ ਯੁੱਧ ਦਾ ਵਰਣਨ ਸੁਣਦੇ ਹਾਂ ਤਾਂ ਉਹਦੇ ਵਿੱਚ ਕੀ ਹੁੰਦਾ, ਗਹਿ ਗਚ ਲੜਾਈ ਹੋਈ। ਉਹਦਾ ਭਾਵ ਸੀ ਕਿ ਜਦੋਂ ਲੜ ਰਹੇ ਸੀ ਤਾਂ ਇੰਨਾ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਉੱਥੇ ਸਮੂਹ ਲੜ ਰਿਹਾ ਸੀ ਕਿ ਜਿਹੜੀ ਕਿਸੇ ਆਮ ਦੇ ਆਰਾਮ ਨਾਲ ਖਲੋਣ ਦੀ ਜਾਂ ਹਿੱਲਣ ਜੁਲਣ ਦੀ ਸਪੇਸ ਹੀ ਨਹੀਂ ਸੀ ਉਹਦੇ ਵਿੱਚ, ਕਿ ਪੂਰਿਆਂ ਦਾ ਇੱਕ ਭਾਵ ਇਸੇ ਤਰ੍ਹਾਂ ਬਣਿਆ ਹੋਇਆ ਸੀ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਸਾਰੀ ਜ਼ਿੰਦਗੀ ਆਪਣੇ ਬਾਹਰੀ ਕੁਟੰਬ ਅਤੇ ਅੰਦਰੂਨੀ ਕੁਟੰਬ ਦੇ ਗਹਿ ਗਚ ਦੇ ਵਿੱਚ ਭਰਮਦਾ ਰਿਹਾ ਹੈ। ਜਿਵੇਂ ਕੀ ਹੁੰਦਾ ਸੀ ਕਿ ਜਦੋਂ ਜੰਗ ਯੁੱਧ ਚੱਲਦੀ ਸੀ ਤਾਂ ਜਿਹੜੀਆਂ ਜਦੋਂ ਦੋ ਧਿਰਾਂ ਲੜਦੀਆਂ ਸਨ ਤਾਂ ਉਹ ਗਹਿ ਗਚ ਮੁਕਾਬਲੇ ਦੇ ਵਿੱਚ ਬੜੇ ਐਸੇ ਸਨ ਜਿਹੜੇ ਘੋੜਿਆਂ ਦੀ ਟਾਪਾਂ ਥੱਲੇ ਆ ਕੇ ਹੀ ਮਾਰੇ ਜਾਂਦੇ ਸਨ। ਇਸ ਕਰਕੇ ਗਹਿ ਗਚ ਸ਼ਬਦ ਨੂੰ ਸਾਨੂੰ ਸਪਸ਼ਟ ਹੋਣਾ ਚਾਹੀਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਬਾਹਰੀ ਕੁਟੰਬ ਦੇ ਮੋਹ ਅਤੇ ਅੰਦਰੂਨੀ ਕੁਟੰਬ ਦੀ ਭਟਕਣ ਦੇ ਵਿੱਚ ਰਿਹਾ ਹੈ, ਉਹ ਸਾਰੀ ਜ਼ਿੰਦਗੀ ਪਰਮੇਸ਼ਰ ਦੇ ਨਾਮ ਦੀ ਸਾਧਨਾ ਕਿਸ ਪ੍ਰਕਾਰ ਕਰ ਲਏਗਾ। ਇਸ ਕਰਕੇ ਉਹਦੇ ਕੋਲੋਂ ਇਹ ਨਿਰਣਾ ਹੀ ਨਹੀਂ ਹੁੰਦਾ ਕਿ ਮੈਂ ਕਿਸ ਤਰਫ ਚੱਲਾਂ। ਤਾਂ ਕਹਿੰਦੇ ਆਖਰ ਜੀਵਨ ਦੀ ਹਾਲਤ ਕੀ ਬਣਦੀ, ਆਏ ਪਰੇ ਧਰਮ ਰਾਏ ਕੇ। ਫਿਰ ਜਿਹੜੇ ਮੌਤ ਦੇ ਦੂਤ ਕਹੇ ਜਾਂਦੇ ਹਨ, ਕਹਿੰਦੇ ਜਦੋਂ ਆਪ ਇਹ ਨਿਰਣਾ ਨਹੀਂ ਕਰ ਸਕਦਾ ਤਾਂ ਫਿਰ ਉਹ ਆ ਕੇ ਇਹਦੇ ਗਹਿ ਗਚ ਤੋਂ ਛੁਟਕਾਰਾ ਕਰਵਾਉਂਦੇ ਨੇ। ਫਿਰ ਜ਼ਿੰਦਗੀ ਦਾ ਜਸ਼ਨ ਚੱਲ ਰਿਹਾ ਹੁੰਦਾ ਹੈ ਅਤੇ ਉਸ ਜਸ਼ਨ ਜਿਹਦੇ ਵਿੱਚ ਪ੍ਰਭੂ ਦੀ ਯਾਦ ਵਿਸਰੀ ਹੁੰਦੀ ਹੈ, ਜਿਹਦੇ ਵਿੱਚੋਂ ਜੀਵਨ ਦੇ ਮਨੋਰਥ ਨੂੰ ਕਾਰਨਰ ਕੀਤਾ ਹੁੰਦਾ ਹੈ, ਫਿਰ ਉਸ ਮਨੋਰਥ ਨੂੰ ਜਿਹੜਾ ਹੈ ਕਾਲ ਦੀ ਮਾਰ ਚੋਟ ਕਰਾ ਕੇ ਅਤੇ ਫਿਰ ਆਪਣੀ ਤਰਫ ਲਿਜਾਂਦੀ ਹੈ। ਇਹ ਸਰਲ ਭਾਵ ਹੈ। ਹੁਣ ਵਿਚਾਰ ਦੇ ਨੁਕਤੇ ਤੋਂ ਆਪ ਦੇ ਸਨਮੁਖ ਅਰਜ਼ ਕਰਾਂ। ਭਗਤ ਕਬੀਰ ਸਾਹਿਬ ਜੀ ਨੇ ਕਿਹਾ ਕਬੀਰ ਗਹਿ ਗਚ ਪਰਿਓ ਕੁਟੰਬ ਕੈ। ਸਭ ਤੋਂ ਪਹਿਲਾਂ ਇਹਦੇ ਭੌਤਿਕ ਜਿਹੜੇ ਬਾਹਰੀ ਨੁਕਤੇ ਤੋਂ ਕੁਟੰਬ ਦੇ ਅਰਥ ਬਣਦੇ ਨੇ ਕਿ ਬਾਹਰੀ ਤੌਰ 'ਤੇ ਮਨੁੱਖ ਕੁਟੰਬ ਦੇ ਨਾਲ ਕਿਵੇਂ ਜੁੜਦਾ ਹੈ। ਇਸ ਸੰਸਾਰ ਨੂੰ ਬੰਧਨ ਰੂਪ ਕਿਹਾ ਹੈ ਸਾਡੇ ਭਾਰਤ ਦੇ ਰਿਸ਼ੀਆਂ ਨੇ। ਸੰਸਾਰ ਨੂੰ ਬੰਧਨ ਰੂਪ ਕਿਉਂ ਕਿਹਾ? ਇਹਦੇ ਵਿੱਚ ਕੋਈ ਨਿਰਾਸ਼ਾ ਜਾਂ ਕੋਈ ਨੈਗੇਟਿਵਿਟੀ ਜਾਂ ਕੁਝ ਹੋਰ ਨਹੀਂ ਹੈ। ਬੰਧਨ ਰੂਪ ਉਹਨਾਂ ਨੇ ਤਾਂ ਕਿਹਾ ਕਿ ਜਦੋਂ ਮਨੁੱਖ ਦੇ ਕੋਲੋਂ ਗਿਆਨ ਜਿਹੜਾ ਨਹੀਂ ਹੁੰਦਾ ਤਾਂ ਉਹ ਇਸ ਸੰਸਾਰ ਨੂੰ ਸੱਤ ਮੰਨ ਕੇ ਅਭਿਆਸ ਕਰਦਾ ਹੈ ਇਹ ਮਿੱਥਿਆ, ਪਰ ਇਸ ਨੂੰ ਸੱਤ ਮੰਨ ਕੇ ਅਭਿਆਸ, ਸੱਤ ਦਾ ਮਤਲਬ ਸਦੀਵ ਮੰਨ ਕੇ ਅਭਿਆਸ ਕਰਦਾ ਹੈ। ਅਤੇ ਜਦੋਂ ਸਦੀਵ ਕਰਕੇ ਮੰਨ ਲੈਂਦਾ ਹੈ ਫਿਰ ਇਹ ਕਰਮ ਵੀ ਐਸੇ ਧਾਰਨ ਕਰਦਾ ਜਿਹੜੇ ਦਿਨ ਬਾਅਦ ਦਿਨ ਇਹਦੀ ਬੰਧਨ ਵਾਲੀ ਜਿਹੜੀ ਜਕੜ ਹੈ ਉਹਨੂੰ ਮਜ਼ਬੂਤ ਕਰਦੇ ਜਾਂਦੇ ਹਨ। ਅਤੇ ਜਿਹੜੀ ਇਹਦੀ ਆਤਮਿਕ ਜੀਵਨ ਦੀ ਇੱਕ ਆਜ਼ਾਦੀ ਹੈ ਉਹ ਇਸ ਬੰਧਨਾਂ ਦੇ ਵਿੱਚ ਪੈ ਕੇ ਇੰਨੀ ਦੱਬ ਜਾਂਦੀ ਹੈ
ਕਿ ਮਨੁੱਖ ਨੂੰ ਲੱਗਦਾ ਹੀ ਨਹੀਂ ਕਿ ਮੈਂ ਕਿਸੇ ਵੱਡੇ ਆਦਰਸ਼ ਤੋਂ, ਵੱਡੀ ਪਰਮ ਜੋਤ ਤੋਂ ਪੈਦਾ ਹੋ ਕੇ ਇਸ ਸੰਸਾਰ ਦੇ ਵਿੱਚ ਉਤਰਿਆ ਹਾਂ। ਜਿਵੇਂ ਉਦਾਹਰਨ ਦੇ ਤੌਰ 'ਤੇ ਪੰਛੀ ਨੂੰ ਖੰਭ ਲੱਗੇ ਨੇ, ਉਸ ਖੰਭ ਲੱਗੇ ਹੋਣ ਦਾ ਮਤਲਬ ਹੀ ਇਹ ਹੈ ਕਿ ਉਹ ਆਪਣੇ ਖੰਭਾਂ ਦੇ ਨਾਲ ਆਕਾਸ਼ ਤੱਕ ਜਿੰਨੀ ਉੱਚੀ ਉਡਾਰੀ ਚਾਹੇ ਭਰ ਸਕਦਾ ਹੈ। ਪਰ ਮਨੁੱਖ ਰੱਬੀ ਜੋਤ ਦਾ ਅੰਸ਼ ਲੈ ਕੇ ਸੰਸਾਰ ਵਿੱਚ ਪੈਦਾ ਹੋਇਆ ਵੀ ਇਸ ਗੱਲ ਤੋਂ ਅਣਜਾਣ ਰਹਿੰਦਾ ਕਿ ਮੇਰੀ ਜਿਹੜੀ ਆਤਮਾ ਹੈ ਜਾਂ ਮੇਰੀ ਚੇਤਨਾ ਹੈ, ਉਹਦੀ ਉਡਾਨ ਬੜੀ ਉੱਚੀ ਹੈ ਅਤੇ ਉਹਦੇ ਨਾਲ ਮੈਂ ਆਪਣੇ ਜੀਵਨ ਦੇ ਬਾਹਰੀ ਬੰਧਨਾਂ ਤੋਂ ਛੁਟਕਾਰਾ ਕਰ ਸਕਦਾ ਹਾਂ। ਇਸ ਗੱਲ ਤੋਂ ਮਨੁੱਖ ਅਚੇਤ ਹੀ ਹੋ ਜਾਂਦਾ ਹੈ। ਹੁਣ ਵੇਖੋ, ਦੁਨੀਆ ਦੇ ਵਿੱਚ ਜਿੰਨਾ ਵੱਡਾ ਗਿਆਨ ਪੈਦਾ ਹੋਇਆ ਜਾਂ ਜੋ ਵੀ ਇੱਕ ਖਾਸ ਪੈਦਾ ਹੋਇਆ ਹੈ, ਉਹ ਉਚੇਰੀ ਸੁਰਤ ਵਾਲਿਆਂ ਨੇ ਪੈਦਾ ਕੀਤਾ, ਕਿ ਜਿਨ੍ਹਾਂ ਨੇ ਜਿਹੜੀ ਸੰਸਾਰ ਦੀ ਪ੍ਰਚਲਿਤ ਕਿਸਮ ਦੀ ਭਟਕਣ ਜਾਂ ਰਵਾਨੀ ਸੀ, ਉਹਦੇ ਤੋਂ ਪਰਾਂ ਹੋ ਕੇ ਸੋਚਿਆ, ਸਮਝਿਆ, ਮਾਣਿਆ ਅਤੇ ਉਹਦੇ ਲਈ ਕੁਝ ਯਤਨ ਕੀਤਾ, ਚਾਹੇ ਭਗਤੀ ਰੂਪ ਦੇ ਵਿੱਚ ਹੋਵੇ, ਚਾਹੇ ਭੌਤਿਕ ਰੂਪ ਦੇ ਵਿੱਚ ਹੋਵੇ। ਇਸ ਗੱਲ ਦਾ ਪ੍ਰਮਾਣ ਇਸ ਨੂੰ ਜਿਹੜਾ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਉਚੇਰੀ ਸੁਰਤ। ਹੁਣ ਹਾਲਾਤਾਂ ਤਾਂ ਅਸੀਂ ਵੀ ਬੜੀਆਂ ਮਾਣੀਆਂ, ਪਰ ਉਹਨਾਂ ਹਾਲਾਤਾਂ ਦਾ ਕੋਈ ਗਿਆਨ ਨਹੀਂ ਸਾਡੇ ਕੋਲ ਬਣਿਆ। ਪਰ ਜਿਹੜੀ ਇਹ ਸਾਇੰਸ ਦੇ ਨੁਕਤੇ ਤੋਂ ਖੋਜਾਂ ਹੋਈਆਂ, ਉਹੀ ਹਾਲਾਤ ਉਹਨਾਂ ਨਾਲ ਵਾਪਰੇ, ਪਰ ਉਹਦੇ ਵਿੱਚ ਉਹਨਾਂ ਨੇ ਆਪਣੀ ਜਿਗਿਆਸਾ ਕਰਕੇ ਕਿਸੇ ਵੱਡੇ ਨੇਮ ਦੀ ਤਲਾਸ਼ ਕੀਤੀ। ਇਸੇ ਪ੍ਰਕਾਰ ਜਿਹੜੇ ਭਗਤੀ ਦੇ ਅਨੁਭਵ ਵੀ ਆਏ, ਉਹਨਾਂ ਨੇ ਵੀ ਦੇਖਿਆ ਕਿ ਜੀਵਨ ਦਾ ਰਸ, ਪਦਾਰਥ ਤਾਂ ਬੜੇ ਨੇ, ਇੰਨੇ ਜ਼ਿਆਦਾ ਪਦਾਰਥ ਨੇ ਕਿ ਮਨੁੱਖ ਸਾਰੀ ਜ਼ਿੰਦਗੀ ਖਾਂਦਾ, ਭੁੰਚਦਾ, ਪਹਿਨਦਾ ਵੀ ਹੈ, ਪਰ ਫਿਰ ਵੀ ਉਹਦੇ ਮਨ ਦੇ ਅੰਦਰ ਇੱਕ ਸੁੰਨ, ਇੱਕ ਖਾਲੀਪਣ ਬਣਿਆ ਰਹਿੰਦਾ ਹੈ। ਇਹਦਾ ਕੀ ਕਾਰਨ ਹੈ? ਜਿਹੜਾ ਭੌਤਿਕ ਜਗਤ ਹੈ, ਉਹਨੇ ਯਤਨ ਕੀਤਾ ਕਿ ਬੰਦੇ ਨੂੰ ਪਦਾਰਥ ਦੀ ਭਰਪੂਰਤਾ ਦੇ ਦਿਓ ਅਤੇ ਉਹਦੇ ਜੀਵਨ ਦੇ ਵਿੱਚ ਟਿਕਾਅ ਪੈਦਾ ਹੋ ਜਾਏਗਾ। ਪਰ ਇਹ ਕੁਝ ਕਰਨ ਤੋਂ ਬਾਅਦ ਵੀ ਇਹ ਨੁਕਤਾ ਰਿਹਾ ਕਿ ਉਹਦੇ ਮਨ ਅੰਦਰ ਸੁੰਨਪਣ ਹੈ, ਖਾਲੀਪਣ ਹੈ, ਪਦਾਰਥਾਂ ਦੀ ਭਰਪੂਰਤਾ ਹੈ, ਪਰ ਇੱਕ ਉਹਦੇ ਕੋਲ ਨਿਰਾਸ਼ਤਾ, ਇੱਕ ਖਾਸ ਤਰ੍ਹਾਂ ਦੀ ਉਦਾਸੀ ਹੈ। ਫਿਰ ਭਗਤੀ ਵਾਲੇ ਅਨੁਭਵਾਂ ਨੇ ਇਸ ਗੱਲ ਨੂੰ ਹੱਲ ਕੀਤਾ ਕਿ ਮਨੁੱਖ ਜਿੰਨਾ ਚਿਰ ਆਪਣੇ ਅੰਤਰੀਵ ਨੂੰ ਸਜੀਵ ਨਹੀਂ ਕਰਦਾ, ਉਹਨਾਂ ਚਿਰ ਉਹਦਾ ਜਿਹੜਾ ਜੀਵਨ ਹੈ ਉਹ ਮੌਲ ਨਹੀਂ ਸਕਦਾ। ਇਸ ਕਰਕੇ ਸਾਡੇ ਰਿਸ਼ੀਆਂ ਨੇ ਆਖਿਆ ਕਿ ਸੰਸਾਰ ਬੰਧਨ ਹੈ। ਗੁਰਮਤਿ ਨੇ ਇਸ ਗੱਲ ਨੂੰ ਇਵੇਂ ਸਵੀਕਾਰ ਕੀਤਾ, ਪਰ ਗੁਰਮਤਿ ਦੇ ਅਰਥ ਕੁਝ ਭਿੰਨ ਹਨ। ਬੰਧਨ ਹੈ, ਪਰ ਜਿਹੜੇ ਗੁਰੂ ਸ਼ਬਦ ਨਾਲ ਜਾਗ ਜਾਂਦੇ ਹਨ, ਗੁਰਬਾਣੀ 'ਚ ਵਾਕ ਆਉਂਦਾ ਨਾ, ਕਹਿਤ ਕਬੀਰਾ ਜੋ ਹਰ ਧਿਆਵੈ ਜੀਵਤ ਬੰਧਨ ਤੋਰੈ। ਬੰਧਨ ਵਿਆਪਕ ਨੇ, ਪਰ ਇਹਨਾਂ ਬੰਧਨਾਂ ਦੀ ਜੀਵਨ ਦੇ ਕਿਸੇ ਠੀਕ ਪੱਖ 'ਤੇ ਸੋਝੀ ਹੋ ਕੇ ਅਤੇ ਇਹਨਾਂ ਨੂੰ ਗਿਆਨ ਦੇ ਸਹਿਤ ਜੇ ਮਨੁੱਖ ਧਾਰਨ ਕਰ ਲਏ ਤਾਂ ਇਹਦੇ ਤੋਂ ਸੰਭਵ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਗਹਿ ਗੱਚ ਪਰਿਓ ਕੁਟੰਬ ਕੈ ਬਾਹਰੀ ਅਰਥ ਕੀ ਬਣਦਾ। ਜੀਵਨ ਦਾ ਆਰੰਭ ਹੋਇਆ। ਹੁਣ ਜੀਵਨ ਦੀ ਜਿਸ ਸਿਰਜਣਾ ਤੋਂ ਆਰੰਭ ਹੋਇਆ ਹੈ, ਉਹਦਾ ਮਨੁੱਖ ਨੂੰ ਪੂਰਾ ਅਮਲ ਨਹੀਂ। ਜਿਨ੍ਹਾਂ ਦੇ ਸੰਬੰਧ ਕਰਕੇ ਜਗਤ ਵਿੱਚ ਆਇਆ ਹੈ, ਦਾਤਾਰ ਸਿਰਜਣਹਾਰ ਨੂੰ ਵਿਸਾਰ ਕੇ ਉਹਨਾਂ ਤੱਕ ਹੀ ਮਤਾਹਿਤ ਹੋ ਗਿਆ ਹੈ ਅਤੇ ਗੱਲ ਨੂੰ ਚਿਤਵਣਾ ਸ਼ੁਰੂ ਕਰ ਦਿੱਤਾ ਅਤੇ ਸਿਰਜਣਹਾਰ ਵਿਸਰ ਗਿਆ। ਸਿਰਜਣਹਾਰ ਵਿਸਰ ਗਿਆ ਅਤੇ ਸਿਰਜਣਾ ਦੇ ਵਿੱਚ ਜਿਹੜੇ ਸਹਾਇਕ ਬਣੇ ਉਹ ਪ੍ਰਮੁੱਖ ਹੋ ਗਏ ਅਤੇ ਉਹਨਾਂ ਦੇ ਨਿਕਟਤਮ ਸੰਬੰਧ ਨੂੰ ਜਾਣ ਕੇ ਉਹਨਾਂ ਦੇ ਮੋਹ ਵਿੱਚ ਪ੍ਰਵਿਰਤ ਹੋ ਗਿਆ, ਭਾਵ ਕਿ ਮਾਤਾ ਪਿਤਾ। ਸਿਰਜਣਹਾਰ, ਕਿਉਂਕਿ ਹੁਣ ਜਿਹੜਾ ਰਚਨਾ ਦਾ ਵਿਧਾਨ ਹੈ ਮਨੁੱਖ ਦੇ ਸਰੀਰ ਦਾ, ਜਨਮ ਦਾ, ਉਹਦਾ ਸੰਬੰਧ ਨਾਰੀ ਪੁਰਸ਼ ਕਰਕੇ ਬਣਦਾ ਹੈ, ਪਰ ਸਿਰਜਣਾ ਦਾ ਤੱਤ ਤਾਂ ਕੋਈ ਕੁਦਰਤੀ ਚੱਲਿਆ ਆ ਰਿਹਾ ਇਸ ਧਰਤੀ ਦੇ ਨੇਮ ਵਿੱਚ, ਉਹ ਆਪਣੇ ਵੱਸ ਥੋੜ੍ਹਾ ਹੈ ਮਨੁੱਖ ਦੇ। ਤਾਂ ਇਸੇ ਪ੍ਰਕਾਰ ਕਹਿੰਦੇ ਪਹਿਲੀ ਤਰਫ 'ਤੇ ਮਾਤਾ ਪਿਤਾ ਦੁਆਰਾ ਸੰਸਾਰ ਨੂੰ ਜਾਣਿਆ। ਉੱਥੇ ਜਾਣ ਕੇ ਕਹਿੰਦੇ ਹੁਣ ਦੇਖੋ ਸੁਭਾਵਕ ਹੈ। ਹੁਣ ਇਹਦੇ ਵਿੱਚ ਕੋਈ ਕਿਤੇ ਵੀ ਗੁਰਮਤਿ ਦਾ ਨੁਕਤਾ ਸਾਨੂੰ ਕਿਸੇ ਧੁੰਦਲੇਪਣ 'ਚ ਨਹੀਂ ਰੱਖਦਾ। ਮਾਤਾ ਪਿਤਾ ਦੁਆਰਾ ਸੰਸਾਰ ਨੂੰ, ਪਹਿਲੀ ਤਰਫ ਸੰਸਾਰ ਨੂੰ ਜਾਣਿਆ ਮਾਤਾ ਪਿਤਾ ਕਰਕੇ, ਪਰ ਮਾਤਾ ਪਿਤਾ ਦੇ ਕਰਕੇ ਜਾਣਿਆ ਹੁਣ ਉਹਨਾਂ ਦੇ ਵਿੱਚ ਮੋਹ ਦੇ ਵਿੱਚ ਪ੍ਰਵਿਰਤ ਹੋਣਾ ਸੁਭਾਵਕ ਹੈ, ਕਿਉਂਕਿ ਜਿਨ੍ਹਾਂ ਤੋਂ ਸਰੀਰ ਦੀਆਂ, ਮਨ ਦੀਆਂ ਜਾਂ ਹੋਰ ਜਿਹੜੀਆਂ ਸਾਰੀਆਂ ਲੋੜਾਂ ਅਤੇ ਸਾਰੇ ਨੁਕਤੇ ਪੂਰੇ ਹੋ ਰਹੇ ਨੇ, ਉਹਨਾਂ ਨਾਲ ਮੋਹ ਦਾ ਸੰਬੰਧ ਪੈਦਾ ਹੋਣਾ ਸੁਭਾਵਕ ਹੈ ਅਤੇ ਇਹ ਜ਼ਰੂਰੀ ਵੀ ਹੈ। ਜ਼ਿੰਦਗੀ ਦਾ ਇੱਕ ਆਧਾਰ ਸਿਰਜਣ ਦੇ ਲਈ ਜ਼ਰੂਰੀ ਹੈ, ਪਰ ਹੁਣ ਉਸ ਮੋਹ ਦੀ ਪ੍ਰਵਿਰਤੀ ਦੇ ਵਿੱਚ ਜਿਹੜਾ ਗਿਆਨ ਦਾ ਪਰਸਪੈਕਟਿਵ ਰੱਖਣਾ ਕਿ ਇਹ ਵੀ ਇੱਕ ਕਾਲ ਦੇ ਚੱਕਰ ਵਿੱਚ ਚੱਲ ਰਹੇ ਨੇ। ਠੀਕ ਹੈ ਕਿ ਇਸ ਸਮੇਂ 'ਤੇ ਆ ਕੇ ਸਾਡਾ ਮਾਤਾ ਪਿਤਾ ਦਾ ਸੰਬੰਧ ਬਣਿਆ, ਅਗਲੇ ਕਿਸੇ ਨੁਕਤੇ 'ਤੇ ਜਾ ਕੇ ਵਿਛੜ ਜਾਣਗੇ। ਇਸ ਗੱਲ ਨੂੰ ਮਨੁੱਖ ਹੰਡਾਉਣਾ ਛੱਡ ਦਿੰਦਾ ਹੈ ਅਤੇ ਉਹ ਇਹਦੇ ਮੋਹ ਦੇ ਸੰਬੰਧ ਵਿੱਚ ਪ੍ਰਵਿਰਤ ਹੋ ਜਾਂਦਾ। ਪ੍ਰਵਿਰਤ ਦਾ ਮਤਲਬ ਉਹਦਾ ਸਾਰਾ ਕੁਝ ਉਹਦੇ ਵਿੱਚ ਢਲ ਜਾਂਦਾ ਹੈ ਅਤੇ ਫਿਰ ਜਦੋਂ ਉਹ ਸੰਬੰਧਾਂ ਦੀ ਤਾਰ ਟੁੱਟਦੀ ਹੈ ਤਾਂ ਫਿਰ ਮਨੁੱਖ ਦੇ ਮੋਹ ਦੇ ਇੱਕ ਸਖਤ ਜਿਹੜਾ ਬੰਧਨ ਹੈ ਉਹਨੂੰ ਝਟਕਾ ਵੱਜਦਾ ਅਤੇ ਮਨੁੱਖ ਨਿਰਾਸ਼ ਹੁੰਦਾ ਅਤੇ ਜੀਵਨ ਨੂੰ ਕਹਿੰਦਾ ਦੁੱਖ ਹੈ
ਤੇ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਜੇ ਗਿਆਨ ਜਾਗਿਆ ਹੁੰਦਾ ਤਾਂ ਗਿਆਨ ਨੇ ਉਹਨਾਂ ਦੇ ਸਾਥ ਨੂੰ ਮੰਨਣਾ ਸੀ, ਪਰ ਨਾਲ ਉਹਨੇ ਇਹ ਵੀ ਭਾਵ ਰੱਖਣਾ ਸੀ ਕਿ ਇਹ ਆਪਣੇ ਇੱਕ ਜੀਵਨ ਦੀ ਸਫ਼ਰ ਵਿੱਚ ਚੱਲ ਰਹੇ ਨੇ, ਮੈਂ ਇੱਕ ਆਪਣੇ ਜੀਵਨ ਦੇ ਵਿੱਚ, ਅਸੀਂ ਸਾਰੇ ਕਾਲ ਦੀ ਮਾਰ ਹੇਠ ਹਾਂ। ਇਸ ਕਰਕੇ ਇਹਨਾਂ ਦੇ ਮੋਹ ਦਾ ਕੋਈ ਮਾਨਸਿਕ ਪੱਧਰ ਹੰਡਾਉਣਾ ਉਹ ਜਿਹੜਾ ਹੈ ਉਹ ਮੇਰੇ ਜੀਵਨ ਦੇ ਲਈ ਘਾਤਕ ਹੋਏਗਾ। ਇਹ ਪਹਿਲਾ ਭਾਵ। ਹੁਣ ਮਨੁੱਖ ਬਚਪਨ ਤੱਕ ਕਿਉਂ ਚੱਲਦਾ ਹੈ? ਗੱਲ ਚੱਲ ਰਹੀ ਸੀ ਬੰਧਨ ਦੀ, ਤਾਂ ਬੰਧਨ ਅੱਗੇ ਜਾ ਕੇ ਹੁਣ ਜਦੋਂ ਮਨੁੱਖ ਪ੍ਰੌੜ ਹੋ ਜਾਂਦਾ ਹੈ, ਬਚਪਨ ਦੇ ਵਿੱਚ ਜਿੰਨੀ ਮਾਤਾ ਪਿਤਾ ਦੀ ਚਾਹਨਾ ਹੁੰਦੀ ਹੈ ਜਵਾਨੀ ਵਿੱਚ ਨਹੀਂ ਹੁੰਦੀ। ਗ੍ਰਸਥ ਵਿੱਚ ਆ ਕੇ ਉਹ ਹੋਰ ਘਟ ਜਾਂਦੀ ਹੈ ਅਤੇ ਬੁਢਾਪੇ 'ਤੇ ਆ ਕੇ ਤਾਂ ਉਹਦਾ ਲੈਵਲ ਬਹੁਤ ਹੀ ਖਤਮ ਹੋ ਜਾਂਦਾ ਹੈ। ਜਵਾਨੀ ਦੇ ਤੌਰ 'ਤੇ ਬੰਦਾ ਪ੍ਰੌੜ ਹੋਇਆ, ਮਾਨਸਿਕ ਵਿਕਾਸ ਹੋ ਗਿਆ, ਸਰੀਰਕ ਵਿਕਾਸ ਹੋ ਗਿਆ, ਕੁਝ ਸਮਾਜ ਦੀ ਸੂਝ ਆ ਗਈ, ਵਿਸ਼ਿਆਂ ਵਿਕਾਰਾਂ ਦੇ ਨਾਲ ਨਵੀਂ ਨਵੀਂ ਵਾਕਫੀਅਤ ਹੋਈ, ਤਾਂ ਫਿਰ ਉਹਦੇ ਵਿੱਚੋਂ ਪਤਨੀ ਦਾ ਸੰਬੰਧ ਸਿਰਜਿਆ ਗਿਆ। ਹੁਣ ਪਤਨੀ ਦਾ ਸੰਬੰਧ ਜੇ ਕਰਤਾਰੀ ਨੇਮ ਤੋਂ ਦੇਖੀਏ ਤਾਂ ਸੰਸਾਰ ਦੀ ਜਿਹੜੀ ਰਚਨਾ ਦਾ ਵਿਧਾਨ ਹੈ ਉਹਨੂੰ ਅੱਗੇ ਚਲਾਉਣ ਲਈ ਬਣਾਇਆ ਗਿਆ, ਜਾਂ ਜਿਹੜੀ ਮਨੁੱਖ ਅਤੇ ਇਸਤਰੀ ਪੁਰਸ਼ ਦੀ ਜਿਹੜੀ ਕਾਮੁਕਤਾ ਹੈ ਉਹਨੂੰ ਮਰਯਾਦਾ ਦਾ ਨੇਮ ਦੇ ਕੇ ਧਰਤੀ ਦੇ ਭਲੇ ਲਈ ਲਗਾਇਆ ਗਿਆ। ਪਰ ਇੱਥੇ ਆ ਕੇ ਵੀ ਮਨੁੱਖ ਭਟਕ ਗਿਆ ਅਤੇ ਆਪਣੇ ਜੀਵਨ ਦੇ ਵਿੱਚ ਇੱਕ ਜਿਹੜਾ ਗ੍ਰਸਥ ਦਾ ਨੇਮ ਹੈ ਉਹਨੂੰ ਰਚਨਾ ਦਾ ਵਿਧਾਨ ਅੱਗੇ ਚਲਾਉਣ ਦੀ ਬਜਾਏ ਉਹਨੂੰ ਵਾਸ਼ਨਾ ਤ੍ਰਿਸ਼ਨਾ ਦਾ ਆਲਮ ਬਣਾ ਲਿਆ, ਅਤੇ ਜੀਵਨ ਦੇ ਵਿੱਚ ਇਸਤਰੀ ਦੇ ਕੌਤਕਾਂ ਦੇ ਵਿੱਚ ਕਾਮੁਕਤਾ ਦੀ ਜਿਹੜੀ ਭਟਕਣ ਹੈ ਉਹਦੇ ਵਿੱਚ ਹੀ ਮਨੁੱਖ ਉਲਝਿਆ ਰਿਹਾ, ਅਤੇ ਇਸ ਕਰਕੇ ਆਪਣੀ ਮਾਨਸਿਕ ਨੂੰ ਇਸ ਵਿਕਾਰ ਦੇ ਬੰਧਨ ਵਿੱਚ ਫਿਰ ਪਾ ਲਿਆ। ਇਸ ਕਰਕੇ ਦੂਜੇ ਪੱਧਰ 'ਤੇ ਮਨੁੱਖ ਇਹ ਭਟਕਦਾ ਹੈ ਕਿ ਤੇਰੇ ਜੀਵਨ ਦਾ ਬੈਲੈਂਸ ਪੈਦਾ ਕਰਨ ਲਈ ਮਿਲਿਆ ਹੈ, ਕਿ ਤੂੰ ਆਪਣੇ ਜੀਵਨ ਦਾ ਇੱਕ ਖਾਸ ਬੈਲੈਂਸ, ਕਿਉਂਕਿ ਦੇਹ ਦੀ ਐਨਰਜੀ ਹੋਰ ਸਾਰਾ ਕੁਝ ਇਸ ਮਰਜ਼ਾਦਾ ਦੇ ਵਿੱਚੋਂ ਲੱਭ ਲੈ, ਅਤੇ ਤੇਰੀ ਫਿਰ ਅਧਿਆਤਮਿਕ ਜਿਹੜਾ ਜੀਵਨ ਹੈ, ਜਿਵੇਂ ਮੈਂ ਇੱਕ ਦਫਾ ਆਪਦੇ ਸਨਮੁਖ ਪਹਿਲਾਂ ਵੀ ਅਰਜ਼ ਕੀਤਾ ਸੀ ਕਿ ਕਿੰਨਿਆਂ ਕੁ ਗ੍ਰਸਤੀਆਂ ਨੂੰ ਯਾਦ ਹੈ ਕਿ ਸਾਡਾ ਗ੍ਰਸਤ ਬੰਧਨ ਕਿਸੇ ਵੱਡੇ ਅਧਿਆਤਮਿਕ ਨੇਮ ਲਈ ਬਣਾਇਆ ਗਿਆ ਹੈ। ਗੁਰੂ ਨਾਨਕ ਸਾਹਿਬ ਜੀ ਨੇ ਗ੍ਰਸਤ ਇਸ ਤਰ੍ਹਾਂ ਥੋੜ੍ਹਾ ਸਾਜ ਦਿੱਤੀ ਕਿ ਜੀ ਇਹ ਸਮਾਜ ਚੱਲਦਾ ਰਹੇਗਾ, ਸਾਧੂ ਨਹੀਂ ਪੈਦਾ ਹੋਣਗੇ, ਉਦਾਸੀ ਨਹੀਂ ਪੈਦਾ ਹੋਣਗੇ। ਗੁਰੂ ਸਾਹਿਬ ਜੀ ਨੇ ਗ੍ਰਸਤ ਦਾ ਆਲਮ ਜਦੋਂ ਸਿਰਜਿਆ ਤਾਂ ਉਹਨਾਂ ਦਾ ਸਭ ਤੋਂ ਵੱਡਾ ਨੁਕਤਾ ਸੀ, ਜਿਹਨੂੰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਇੱਕ ਸਿੱਖ ਦੋਏ ਸਾਧ ਸੰਗ, ਕਿ ਦੋਵਾਂ ਨੂੰ ਅਧਿਆਤਮਿਕ ਅਰਥ ਦੇ ਵਿੱਚ ਜੋੜ ਦਿਓ। ਪਹਿਲਾਂ ਇਹਨਾਂ ਦਾ ਸਮਾਜਿਕ ਅਰਥ ਪੂਰਾ ਹੋ ਜਾਏ, ਕਿਉਂਕਿ ਇਹਨਾਂ ਨੇ ਇਸਤਰੀ ਪੁਰਖ ਦੇ ਸੰਬੰਧ ਬਣ ਕੇ ਸਮਾਜ ਨੂੰ ਅੱਗੇ ਚਲਾਉਣਾ ਹੈ, ਪਰ ਨਾਲ ਹੀ ਇਹਨਾਂ ਦਾ ਅਧਿਆਤਮਿਕ ਅਰਥ ਵੀ ਜੁੜ ਜਾਏ ਕਿ ਇੱਕ ਦੂਜੇ ਦੇ ਜਿਹੜੀ ਇਸਤਰੀ ਹੈ ਉਹ ਸ਼ਰਧਾ ਅਤੇ ਵਿਸ਼ਵਾਸ ਅਤੇ ਕੁਰਬਾਨੀ, ਇਹਨਾਂ ਸਾਰਿਆਂ ਨੁਕਤਿਆਂ ਤੋਂ ਪੁਰਸ਼ ਨੂੰ ਫੀਡ ਕਰੇ, ਅਤੇ ਜਿਹੜਾ ਪੁਰਸ਼ ਹੈ ਉਹ ਗਿਆਨ, ਸਿੱਧਕ, ਜਬਤ, ਸਮਰਪਣ, ਇਹਦੇ ਨੁਕਤਿਆਂ ਤੋਂ ਇਸਤਰੀ ਨੂੰ ਫੀਡ ਕਰੇ, ਅਤੇ ਦੋਵਾਂ ਦਾ ਅਧਿਆਤਮਿਕ ਸੰਤੁਲਨ ਬਣੇ ਅਤੇ ਭਗਤੀ ਦੇ ਉੱਚੇ ਮੁਰਾਤਬੇ ਨੂੰ ਇਕੱਠੇ ਪ੍ਰਾਪਤ ਹੋਣ। ਅੱਜ ਕਿੰਨੇ ਕੁ ਗ੍ਰਸਤੀ ਹਨ ਜਿਨ੍ਹਾਂ ਨੇ ਜਿਹੜੇ ਦੋ ਇਕੱਠੇ ਬੈਠ ਕੇ ਕਿਸੇ ਧਰਮ ਦੇ ਨੇਮ ਦੀ ਸਾਧਨਾ ਕਰਦੇ ਹਨ। ਦੋਵਾਂ ਨੂੰ ਸਹਾਇਕ ਇਸ ਕਰਕੇ ਬਣਾਇਆ ਗਿਆ ਸੀ ਕਿ ਜਦੋਂ, ਕਿਉਂਕਿ ਇਸਤਰੀ ਤਵ ਦਾ ਭਾਵ ਇਹ ਹੈ ਕਿ ਉਹਦੇ ਕੋਲ ਸ਼ਰਧਾ ਹੈ, ਉਹਦੇ ਕੋਲ ਇੱਕ ਖਾਸ ਤਰ੍ਹਾਂ ਦੀ ਵਿਸ਼ਵਾਸ ਹੈ, ਉਹਦੇ ਕੋਲ ਇੱਕ ਖਾਸ ਤਰ੍ਹਾਂ ਦੀ ਕੁਰਬਾਨੀ, ਇੱਕ ਖਾਸ ਤਰ੍ਹਾਂ ਦਾ ਉਹਦੇ ਕੋਲੋਂ ਸਾਧਨਾ ਦਾ ਜਬਤ ਹੈ। ਤਾਂ ਜਿਹੜਾ ਪੁਰਖ ਹੈ ਉਹਦੇ ਕੋਲੋਂ ਗਿਆਨ ਹੈ, ਸਿੱਧਕ ਹੈ, ਹੋਰ ਸਾਰਾ ਕੁਝ ਹੈ, ਅਤੇ ਇਸ ਧਰਮ ਦੇ ਦੋਵੇਂ ਗੁਣ ਜਿਹੜੇ ਜਦੋਂ ਇਕੱਠੇ ਪ੍ਰਵੇਸ਼ ਹੋਣਗੇ ਤਾਂ ਧਰਤੀ 'ਤੇ ਜਿਹੜੀ ਪਰਿਵਾਰਕ ਤੌਰ 'ਤੇ ਅਧਿਆਤਮਿਕਤਾ ਪੈਦਾ ਹੋਣੀ, ਉਹਨੇ ਸੰਸਾਰ ਦਾ ਭਲਾ ਕਰਨਾ। ਪਰ ਇਹ ਦਰਸ਼ ਸਾਨੂੰ ਚੇਤੇ ਨਹੀਂ, ਅਤੇ ਅਸੀਂ ਉਹਨੂੰ ਕਿਸ ਨੁਕਤੇ ਤੋਂ ਹੰਡਾਉਂਦੇ ਹਾਂ, ਜਾਂ ਤਾਂ ਕਾਮੁਕਤਾ ਦੇ ਨਜ਼ਰੀਏ ਤੋਂ, ਅਤੇ ਜਾਂ ਫਿਰ ਜਿਹੜਾ ਉਹਦਾ ਸਮਾਜਿਕ ਜਿਹਾ ਬਣਿਆ ਹੁੰਦਾ ਹੈ ਉਹਦੇ ਨੁਕਤੇ ਤੋਂ, ਅਤੇ ਉਹ ਵੀ ਬੰਧਨ ਬਣਿਆ ਰਹਿੰਦਾ ਹੈ। ਇਸ ਪ੍ਰਕਾਰ ਜੇ ਤਾਂ ਅਧਿਆਤਮਿਕ ਅਰਥਾਂ ਵਿੱਚ ਲਹੇ ਤਾਂ ਫਿਰ ਤਾਂ ਬੜੀ ਵੱਡੀ ਗੱਲ ਹੈ। ਤਾਂ ਇਸੇ ਪ੍ਰਕਾਰ ਦੂਜਾ ਨੁਕਤਾ ਹੁੰਦਾ ਕਿ ਮਨੁੱਖ ਪਤਨੀ ਦੇ ਮੋਹ ਵਿੱਚ ਪੈ ਕੇ ਤਾਂ ਉਹ ਆਪਣੇ ਜਿਹੜੇ ਇਸਤਰੀ ਤਵ ਦੇ ਚੀਜ਼ਾਂ ਦੇ ਵਿੱਚ ਭਰਮਦਾ ਰਹਿੰਦਾ ਹੈ ਅਤੇ ਕਦੇ ਉਹਦੇ ਤੋਂ ਨਿਜਾਤ ਨਹੀਂ ਪਾਉਂਦਾ। ਇਹ ਦੂਜਾ ਕਾਰਨ ਹੋ ਜਾਂਦਾ ਹੈ ਕਿ ਗਹਿ ਗੱਚ ਪਰਿਓ ਕੁਟੰਬ ਕਹਿ, ਦੂਜੇ ਪੱਧਰ 'ਤੇ ਇਉਂ ਭਰਮਦਾ ਰਹਿੰਦਾ ਹੈ। ਜਦੋਂ ਇਹ ਸਮਾਂ ਪਾ ਕੇ ਅੱਗੇ ਚਲਾ ਗਿਆ, ਬਿਰਧ ਅਵਸਥਾ ਦੇ ਵਿੱਚ ਆ ਗਿਆ, ਇੱਥੇ ਆ ਕੇ ਵੀ ਇਸ ਗੱਲ ਨੂੰ ਖਿਆਲ ਨਹੀਂ ਰੱਖਿਆ ਕਿ ਮੇਰਾ ਜੀਵਨ ਆਪ ਕਾਲ ਦੀ ਮਾਰ ਦੇ ਅਧੀਨ ਹੈ, ਅਤੇ ਜੋ ਪਤਨੀ ਰੂਪ ਦੇ ਵਿੱਚ ਮੇਰਾ ਸੰਬੰਧ ਹੈ ਉਹ ਵੀ ਕਾਲ ਦੀ ਮਾਰ ਦੇ ਅਧੀਨ ਹੈ। ਇਸ ਕਰਕੇ ਇਹਦਾ ਵੀ ਕੋਈ ਇਸ ਤਰ੍ਹਾਂ ਦਾ ਬੰਧਨ ਹੰਡਾਉਣਾ ਸਾਡੇ ਲਈ ਮੁਸ਼ਕਿਲ ਹੈ। ਇਸ ਗੱਲ ਤੋਂ ਵੀ ਅਚੇਤ ਰਿਹਾ। ਹੁਣ ਅੱਗੇ ਜਾਂਦਾ, ਅੱਗੇ ਜਾ ਕੇ ਇਹ ਦੇਖਦਾ ਹੈ ਬਿਰਧ ਸਰੀਰ ਹੋ ਗਿਆ, ਤਾਣ ਕੋਈ ਸਰੀਰ ਵਿੱਚ ਹੈ ਨਹੀਂ। ਤਾਂ ਹੁਣ ਕੀ ਕਰਦਾ ਹੈ, ਹੁਣ ਉਹ ਸਾਰੇ ਬੰਧਨ ਮਾਨਸਿਕ ਚਿੰਤਨ ਬਣ ਜਾਂਦੇ ਨੇ। ਕੁਝ ਦਿਨ ਪਹਿਲਾਂ ਵਾਚ ਰਿਹਾ ਸਾਂ ਕਿ ਅਸੀਂ ਜਰਾ ਨੂੰ ਰੋਗ ਕਹਿੰਦੇ ਹਾਂ, ਬੁਢਾਪੇ ਨੂੰ ਰੋਗ ਕਹਿੰਦੇ ਹਾਂ। ਕਿਉਂ ਕਹਿੰਦੇ ਹਾਂ? ਇਸ ਦਾ ਕਾਰਨ ਇਹ ਤਾਂ ਸਾਰਿਆਂ ਨੂੰ ਪਤਾ ਕਿ ਜਰਾ ਰੋਗ ਦੇ ਨਾਲ ਸਰੀਰ ਬਿਰਧ ਹੋ ਜਾਂਦਾ ਹੈ,
ਪਰ ਜਦੋਂ ਗੁਰੂ ਸਾਹਿਬ ਜੀ ਨੇ ਰੋਗ ਸ਼ਬਦ ਵਰਤ ਦਿੱਤਾ, ਇਹਦਾ ਅਰਥ ਕੁਝ ਹੋਰ ਹੋਏਗਾ। ਉਹਦੇ ਵਿੱਚੋਂ ਸਮਝ ਆਈ ਕਿ ਜਿਹਦੇ ਵਿੱਚ ਜੇ ਇਸ ਗੱਲ ਨੂੰ ਵਾਚੀਏ ਤਾਂ ਜਦੋਂ ਮਨੁੱਖ ਦੇ ਸਰੀਰ ਦਾ ਬਲ ਢਲਦਾ ਹੈ ਅਤੇ ਉਦੋਂ ਉਹਨੂੰ ਉਸ ਟਾਈਮ ਦਾ ਚੇਤਾ ਆਉਂਦਾ ਜਦੋਂ ਸਰੀਰ ਦੇ ਵਿੱਚ ਬਲ ਹੁੰਦਾ। ਇਸ ਗੱਲ ਦੀ ਮੈਂ ਪਛਾਣ ਤਾਂ ਕਰ ਸਕਿਆ, ਕਿਸੇ ਵੀ ਬਜ਼ੁਰਗ ਕੋਲੋਂ ਬੈਠੋ, ਉਹਦੇ ਕੋਲ ਆਪਣੀ ਜਵਾਨੀ ਦਾ ਜ਼ਿਕਰ ਹੈ, ਵਰਤਮਾਨ ਦਾ ਜ਼ਿਕਰ ਨਹੀਂ ਹੈ। ਦੱਸੇਗਾ ਅਸੀਂ ਜਵਾਨੀ ਦੇ ਵਿੱਚ ਇੰਜ ਕਰਦੇ ਰਹੇ, ਉਂਝ ਕਰਦੇ ਰਹੇ। ਇਹਦਾ ਮਤਲਬ ਕੀ ਹੈ ਕਿ ਜਿਹੜਾ ਜਰਾ ਰੋਗ ਹੈ ਉਸ ਸਮੇਂ ਦੇ ਵਿੱਚ ਸਰੀਰ ਦਾ ਬਲ ਮੰਦ ਪੈ ਜਾਂਦਾ ਹੈ ਅਤੇ ਮਨੁੱਖ ਆਪਣੇ ਇਸ ਤੋਂ ਪਹਿਲੇ ਜੀਵਨ ਨੂੰ ਜਿਹੜਾ ਹੈ ਚੇਤਾ ਕਰਨਾ ਸ਼ੁਰੂ ਕਰ ਦਿੰਦਾ ਹੈ। ਫਿਰ ਜਦੋਂ ਸਰੀਰ ਦਾ ਬਲ ਢਲ ਗਿਆ, ਹੁਣ ਟਿਕ ਗਿਆ ਹੈ, ਜਦੋਂ ਭੱਜ ਦੌੜ ਚੱਲ ਰਹੀ ਉਦੋਂ ਕੁਝ ਨਹੀਂ ਸੀ ਸਪਸ਼ਟ ਹੋ ਰਿਹਾ, ਹੁਣ ਜਦੋਂ ਟਿਕ ਗਿਆ ਹੈ ਆਪਣੇ ਪੂਰਵਲੇ ਜੀਵਨ ਦੇ ਅਭਿਆਸ ਨੂੰ ਚੇਤੇ ਕਰਦਾ ਹੈ ਅਤੇ ਉਹਦੇ ਵਿੱਚ ਜਿੰਨੀ ਮਲੀਨਤਾ ਵਾਲੇ ਕਰਮ ਕੀਤੇ ਹਨ ਉਹ ਜਦੋਂ ਮਾਨਸਿਕ ਚਿੰਤਨ ਬਣਦੇ ਨੇ ਅਤੇ ਫਿਰ ਇਹਨੂੰ ਜੰਮ ਭਾਸਦੇ ਨੇ। ਫਿਰ ਜੀਵਨ ਜਿਹੜਾ ਹੈ ਭੈ ਭੀਤ ਹੋਣਾ ਸ਼ੁਰੂ ਹੋ ਜਾਂਦਾ ਹੈ। ਫਿਰ ਇਸ ਕਰਕੇ ਇਸ ਗੱਲ ਦੀ ਬੜੀ ਖਾਸ ਹੈ, ਕਿਉਂਕਿ ਹੁਣ ਜਿਵੇਂ ਮਨੁੱਖ ਭੱਜਾ ਜਾ ਰਿਹਾ ਤਾਂ ਉਹਨੂੰ ਚੀਜ਼ਾਂ ਜਿਹੜੀਆਂ ਨੇ ਉਹ ਵੀ ਚੱਲਦੀਆਂ ਨਜ਼ਰ ਆਉਣਗੀਆਂ। ਖਲੋਏਗਾ ਕਿਸੇ ਨੁਕਤੇ 'ਤੇ ਤਾਂ ਫਿਰ ਚੀਜ਼ਾਂ ਠੀਕ ਤਰੀਕੇ ਨਾਲ ਨਜ਼ਰ ਆਉਣਗੀਆਂ। ਜਿਹੜਾ ਜਰਾ ਰੋਗ ਹੈ ਉਹ ਮਨੁੱਖ ਦੇ ਸਰੀਰ ਦੇ ਬਲ ਨੂੰ ਢਾਲ ਕੇ ਅਤੇ ਮਨੁੱਖ ਨੂੰ ਉਸ ਕੇਂਦਰ 'ਤੇ ਲਿਆ ਕੇ ਖੜ੍ਹਾ ਕਰ ਦਿੰਦਾ ਕਿ ਆਪਣੇ ਸਮੁੱਚੇ ਜੀਵਨ ਦੀ ਝਾਤ ਮਾਰ ਲੈ। ਅਤੇ ਜਦੋਂ ਉਸ ਜੀਵਨ 'ਤੇ ਝਾਤ ਵੱਜਦੀ ਹੈ ਤਾਂ ਫਿਰ ਮਨੁੱਖ ਭੈ ਭੀਤ ਹੁੰਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹੀ 3 ਅਵਸਥਾ ਨੇ, ਇਹਨਾਂ 3 ਅਵਸਥਾ ਦੇ ਵਿੱਚ ਬਾਹਰ ਮੁਖੀ ਕਰਮ ਕਰਕੇ ਭਰਮਦਾ ਰਿਹਾ। ਅਤੇ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਗਹਿ ਗਚ ਪਰਿਓ ਕੁਟੰਬ ਕਹਿ, ਕਿਸੇ ਕਿਸੇ ਪੱਖ ਤੋਂ ਮੁਕਤੀ ਨਹੀਂ ਹੋ ਸਕੀ ਮਾਤਾ ਪਿਤਾ ਸੰਬੰਧ। ਇਸੇ ਪ੍ਰਕਾਰ ਇਸਤਰੀ ਦੇ ਵਿਨੋਦ ਕੌਤਕਾਂ ਤੋਂ, ਉਸ ਤੋਂ ਇਲਾਵਾ ਬ੍ਰਿਧ ਅਵਸਥਾ ਦੇ ਵਿੱਚ ਆ ਕੇ ਵੀ ਆਸਾ ਮਨਸ਼ਾ ਵਾਸ਼ਨਾ ਦੇ ਬਣੇ ਰਹਿਣ ਤੋਂ, ਅਤੇ ਅੱਗੇ ਆ ਜਾਂਦਾ ਪਦਾਰਥਕ ਲੋਭ ਤੋਂ ਕਿ ਜੀਵਨ ਦੇ ਵਿੱਚ ਜੋ ਕੁਝ ਸੰਚਿਆ ਅਤੇ ਉਹਦੇ ਤੋਂ ਸਮਝ ਆ ਜਾਣੀ ਚਾਹੀਦੀ ਸੀ ਉਹ ਸੰਚਣਾ ਹੌਲੀ ਹੌਲੀ ਪਰਾਂ ਰਹਿ ਗਿਆ ਹੈ। ਪਰ ਉਸ ਸੰਚਣ ਨੂੰ ਆਪਣਾ ਮਾਨਸਿਕ ਖੁਰਾਕ ਬਣਾ ਕੇ ਬੰਦਾ ਲੈਣੀ ਸ਼ੁਰੂ ਕਰ ਦਿੰਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਇਸ ਪੱਧਰ 'ਤੇ ਜਿਉ ਰਿਹਾ ਕੰਠੈ ਰਹਿ ਗਇਓ ਰਾਮ, ਜੀਵਨ ਦੇ ਕਿਹੜੇ ਪੱਖ 'ਤੇ ਸਾਧਨਾ ਕੀਤੀ ਫਿਰ ਮਨੁੱਖ ਇਹ ਦੱਸੇ। ਇਸ ਕਰਕੇ ਅੱਜ ਜਿੰਨੀ ਦੁਨੀਆ ਅਧਿਆਤਮਿਕਤਾ ਤੋਂ ਦੂਰ ਹੈ ਉਹਨਾਂ ਕੋਲ ਇੱਕੋ ਹੀ ਹਵਾਲਾ ਹੈ, ਪਰਿਵਾਰ ਦਾ ਜਾਂ ਪਦਾਰਥ ਦਾ। ਤੀਜਾ ਹਵਾਲਾ ਹੀ ਕੋਈ ਨਹੀਂ। ਕਿਸੇ ਨੂੰ ਪ੍ਰੇਰਣਾ ਕਰੋ ਉਹ ਪਰਿਵਾਰ ਦਾ ਹਵਾਲਾ ਪਹਿਲਾਂ ਰੱਖਦਾ ਹੈ, ਆਪਣੇ ਅਧਿਆਤਮਿਕ ਜੀਵਨ ਦਾ ਮਨੋਰਥ ਰੱਖਦਾ ਹੀ ਨਹੀਂ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜੇ ਇਸ ਤਰ੍ਹਾਂ ਦਾ ਬਾਹਰ ਮੁਖੀ ਕੁਟੰਬ ਦੇ ਵਿੱਚ ਜੀਵਨ ਜਿਉ ਰਹੇ ਹਨ, ਉਹਦੀ ਕਿਸ ਪ੍ਰਕਾਰ ਉਹ ਕੁਟੰਬ ਦੀ ਇੱਕ ਹੋਰ ਸਰਲ ਜਿਹਾ ਨੁਕਤਾ ਆਪਦੇ ਸਨਮੁਖ ਰੱਖਦੇ ਆ। ਕੁਟੰਬ ਹੁੰਦਾ ਕੀ ਹੈ? ਇਸੇ ਪ੍ਰਕਾਰ ਮਧੂ ਮੱਖੀਆਂ ਦੇਖੀਆਂ ਨੇ, ਸੈਂਕੜੇ ਹਜ਼ਾਰਾਂ ਦੀ ਗਿਣਤੀ ਵਿੱਚ ਮਧੂ ਮੱਖੀਆਂ ਇੱਕ ਛੱਤੇ ਦੇ ਵਿੱਚ ਸ਼ਹਿਦ ਦਾ ਨਿਰਮਾਣ ਕਰਦੀਆਂ ਨੇ, ਔਰ ਉਹਨਾਂ ਦਾ ਜਿਹੜਾ ਹੁੰਦਾ ਹੈ ਸ਼ਹਿਦ ਦੇ ਖਾਨੇ ਉਹ ਬਿਲਕੁਲ ਨਾਲ ਨਾਲ ਜੁੜੇ ਹੁੰਦੇ ਨੇ। ਸੈਂਕੜੇ ਹਜ਼ਾਰਾਂ ਨੇ ਸ਼ਹਿਦ ਇਕੱਠਾ ਕੀਤਾ ਹੈ, ਉਸ ਸ਼ਹਿਦ ਨੂੰ ਨਿਕਾਲਣ ਵਾਲਾ ਇੱਕੋ ਹੀ ਹੈ। ਸਾਰੀ ਜ਼ਿੰਦਗੀ ਯਤਨ ਕੀਤਾ, ਪਤਾ ਨਹੀਂ ਕਿੱਥੋਂ ਕਿੱਥੋਂ ਸ਼ਹਿਦ ਚੁੱਕ ਕੇ ਪਰ ਚੁਣ ਕੇ ਉਹਦੇ ਵਿੱਚ ਇਕੱਠਾ ਕੀਤਾ, ਪਰ ਜਿਹੜਾ ਚੁਣਨ ਵਾਲਾ ਉਹਨੂੰ ਕੋਈ ਬਹੁਤਾ ਕੁਝ ਨਹੀਂ ਕਰਨਾ ਪਿਆ, ਉਹਨੇ ਧੂੰਆਂ ਲਗਾ ਕੇ ਉਡਾ ਦਿੱਤਾ ਅਤੇ ਸਾਰਾ ਸ਼ਹਿਦ ਕਰਕੇ ਲੈ ਗਏ। ਇਸੇ ਪ੍ਰਕਾਰ ਮਨੁੱਖ ਸਾਰੀ ਜ਼ਿੰਦਗੀ ਆਪਣੇ ਕੁਟੰਬ ਦੀਆਂ ਪ੍ਰਵਿਰਤੀਆਂ ਨੂੰ ਮੋਹ ਕਰਕੇ, ਲੋਭ ਕਰਕੇ, ਕਾਮ ਕਰਕੇ ਪਾਲਦਾ ਹੈ, ਪਰ ਕਾਲ ਦਾ ਇੱਕ ਝੋਂਕਾ ਜਿਹੜਾ ਹੈ ਇਸ ਸਾਰੇ ਕੁਟੰਬ ਦੇ ਕੀਤੇ ਹੋਏ ਤਾਣ ਨੂੰ ਜ਼ੀਰੋ ਕਰਕੇ ਰੱਖ ਦਿੰਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕੰਠੈ ਰਹਿ ਗਇਓ ਰਾਮ। ਕਿਹੜੀ ਅਵਸਥਾ? ਬਚਪਨ ਦੇ ਅਚੇਤ ਕਹਿ ਸਕਦੇ ਹਾਂ, ਜਵਾਨੀ ਕਾਮਕ ਵਿਕਾਰਾਂ ਦੇ ਵਿੱਚ ਸੀ, ਗ੍ਰਸਤ ਵਿੱਚ ਧੰਦੇ ਧਾਵਣੀ ਦੀ ਦੌੜ ਸੀ, ਅਤੇ ਬੁਢਾਪੇ ਵਿੱਚ ਆਪਣੀ ਕੀਤੀ ਹੋਈ ਵਾਸ਼ਨਾ ਦੇ ਮਲੀਨ ਕਰਮਾਂ ਦਾ ਬੋਝ ਸੀ ਮਾਨਸਿਕ। ਫਿਰ ਕਿਹੜੀ ਅਵਸਥਾ ਜਿਹਦੇ ਵਿੱਚ ਕਿਹਾ ਜਾ ਸਕੇ ਕਿ ਤੇਰਾ ਚਿੱਤ ਪ੍ਰਭੂ ਨਾਲ ਜੁੜਿਆ ਰਿਹਾ ਹੈ? ਇਸ ਕਰਕੇ ਤਾਂ ਕਰਕੇ ਗੁਰਬਾਣੀ 'ਚ ਨਾ ਇੱਕ ਵਾਕ ਆਉਂਦਾ ਸੀ, ਕਈ ਵਾਰੀ ਨਾ ਸਾਡੀ ਇੱਕ ਹੋਰ ਸਮੱਸਿਆ ਸੀ, ਕਥਾ 'ਤੇ ਵੀ ਬਹੁਤਾ ਕੇਂਦਰਿਤ ਨਹੀਂ ਰਹਿਣਾ ਚਾਹੀਦਾ ਬੰਦੇ ਨੂੰ। ਗੁਰਬਾਣੀ ਜੇ ਕਿਤੇ ਪੜ੍ਹਨੀ ਆ ਜਾਏ ਤਾਂ ਉਹ ਬੰਦੇ ਦੀ ਬਾਣੀ ਪੜ੍ਹਨੀ ਕਥਾ ਵੀ ਹੋ ਜਾਂਦੀ, ਉਹ ਕੀਰਤਨ ਵੀ ਹੋ ਜਾਂਦਾ ਸੁਭਾਵਕ। ਕੱਲ੍ਹ ਵਾਕ ਪੜ੍ਹ ਰਿਹਾ ਸਾਂ, ਮਨ ਕੀ ਮਨ ਹੀ ਮਾਹੇ ਰਹੀ। ਇਹ ਕਿਹਦੀ ਗੱਲ ਹੈ? ਇਹ ਉਸ ਬੰਦੇ ਦੀ ਗੱਲ ਹੈ ਜਿਹੜਾ ਸਾਰੀ ਜ਼ਿੰਦਗੀ ਕਰ ਹੀ ਕੁਝ ਨਹੀਂ ਸਕਿਆ, ਅਤੇ ਹੁਣ ਜਦੋਂ ਕਥਾ ਸੁਣਦਾ ਹੈ ਅਤੇ ਕਥਾ ਵਿੱਚ ਅਧਿਆਤਮਕ ਅਰਥਾਂ ਦੀ ਗੱਲ ਹੁੰਦੀ ਹੈ ਅਤੇ ਚਿੰਤਾ ਪੈਦਾ ਹੁੰਦੀ ਹੈ। ਫਿਰ ਉਸ ਬੰਦੇ ਦੀ ਵੇਦਨਾ ਵੀ ਗੁਰਬਾਣੀ ਵਿੱਚ ਹੈ। ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਹੀ, ਦਾਰਾ ਮੀਤ ਪੂਤ ਰਥ ਸੰਪਤ ਧਨ ਪੂਰਨ ਸਭ,
ਮਹੀ, ਕਿ ਇਹਦੇ ਵਿੱਚ ਸਾਰਾ ਕੁਝ ਬਤੀਤ ਹੋ ਗਿਆ। ਵੇਖੋ ਗੁਰਬਾਣੀ ਦੇ ਇਸੇ ਕਰਕੇ ਮੈਂ ਅੱਗੇ ਵੀ ਕਈ ਵਾਰੀ ਆਪਦੇ ਸਨਮੁਖ ਕਿ ਬਾਣੀ ਦੇ ਨਾਲ ਆਪਣੇ ਅਹਿਸਾਸ ਦੇ ਨੁਕਤੇ ਤੋਂ ਜੁੜੋ, ਕਿਉਂਕਿ ਫਿਰ ਪਤਾ ਲੱਗਿਆ ਕਿ ਸ਼ਬਦ ਅੰਮ੍ਰਿਤਮਈ ਕਿਵੇਂ ਹੁੰਦਾ ਹੈ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਦਾ ਇੱਕ ਸ਼ਬਦ ਹੈ, ਉਹਦੇ ਵਿੱਚ ਸਾਨੂੰ ਉਹ ਚੇਤਨ ਕਰਦੇ ਹਨ। ਅਮਲ ਸਿਰਾਨੂੰ ਲੇਖਾ ਦੇਨਾ, ਆਏ ਕਠਨ ਦੂਤ ਜਮ ਮਲੇਨਾ, ਕਿਆ ਤੈ ਖੱਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ। ਇਸੇ ਪ੍ਰਕਾਰ ਕਿ ਜਿਹੜਾ ਤੇਰੇ ਜੀਵਨ ਦਾ ਮਨੋਰਥ ਸੀ, ਉਸ ਮਨੋਰਥ ਨੂੰ ਗਵਾ ਕੇ ਤੇ ਹੋਰ ਪ੍ਰਕਾਰ ਦੀ ਸਾਧਨਾ ਕੀਤੀ ਹੈ ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕੰਠੈ ਰਹਿ ਗਇਓ ਰਾਮ। ਹੁਣ ਭਗਤ ਕਬੀਰ ਸਾਹਿਬ ਜੀ ਸੀਰੀਅਸ ਕੁਐਸਚਨ ਕਰ ਰਹੇ ਨੇ ਕਿ ਸਾਰੀਆਂ ਅਵਸਥਾ ਤਾਂ ਇਸ ਤਰ੍ਹਾਂ ਬਤੀਤ ਹੋਈਆਂ, ਤੇ ਫਿਰ ਮਨੁੱਖ ਕਲਪਨਾ ਜਾਂ ਕਿਵੇਂ ਕਹਿ ਸਕੇਗਾ ਕਿ ਮੈਂ ਜ਼ਿੰਦਗੀ ਦੇ ਕਿਸੇ ਪੱਖ 'ਤੇ ਅਧਿਆਤਮਿਕ ਸਾਧਨਾ ਕੀਤੀ ਹੈ। ਅੱਜ ਅਸੀਂ ਇੱਥੇ ਬੈਠੇ, ਸਾਰੇ ਬੈਠੇ ਹਾਂ, ਕੋਈ ਵੀ ਬਹੁਤ, ਜੇ ਅਸੀਂ ਇਸ ਸ਼ਬਦ ਵਿਚਾਰ ਦੇ ਵਿੱਚ ਉਤਰ ਜਾਈਏ, ਇਹਦੇ ਵਿੱਚ ਲੀਨ ਹੋ ਜਾਈਏ, ਤਾਂ ਸਾਨੂੰ ਇਹ ਅਹਿਸਾਸ ਬਣ ਜਾਏਗਾ ਕਿ ਸੰਸਾਰ ਦੇ ਕਿੰਨਾ ਜ਼ਿਆਦਾ ਦਖਲ ਸਾਡੇ ਅੰਦਰ ਚੱਲ ਰਿਹਾ। ਹੈਰਾਨਗੀ ਹੁੰਦੀ ਹੈ। ਮਨੁੱਖ ਉੱਚਾ ਤਾਂ ਜਿਹੜੇ ਵੱਡੇ ਅਰਥ ਉਹਨਾਂ ਦੀ ਮੈਂ ਗੱਲ ਨਹੀਂ ਕਰਦਾ, ਅੱਜ ਮਨੁੱਖ ਆਪਣਾ ਚੱਲਣਾ ਪਹਿਨਣਾ ਜੋ ਕੁਝ ਵੀ ਹੈ ਜਿਹੜਾ ਸਮਾਜਿਕ ਜੀਵਨ 'ਚ ਹੈ, ਉਹਦੇ ਵਿੱਚ ਵੀ ਆਪਣੀ ਆਤਮਾ ਜਾਂ ਆਪਣੀ ਬੁੱਧੀ ਦੀ ਜਿਹੜੀ ਨਿਰਣਾ ਹੈ ਉਹ ਹੀ ਨਹੀਂ ਲਾਗੂ ਕਰ ਰਿਹਾ। ਉਹਦਾ ਪਹਿਨਣਾ ਵੀ ਸੰਸਾਰ ਦੀ ਤਬੀਅਤ ਦੇ ਅਨੁਸਾਰ ਹੈ, ਉਹਦਾ ਚੱਲਣਾ, ਉਹਦਾ ਖਾਣਾ ਵੀ ਸੰਸਾਰ ਦੇ ਨੁਕਤਿਆਂ ਅਨੁਸਾਰ ਹੈ, ਅਤੇ ਇਹ ਨਹੀਂ ਸਮਝਦਾ ਕਿ ਸੰਸਾਰ ਨੇ ਜਿਹੜੇ ਦ੍ਰਿਸ਼ਟੀਕੋਣ ਬਣਾ ਦਿੱਤੇ ਨੇ ਸਮਾਜਿਕ ਜੀਵਨ ਦੇ, ਉਹਨਾਂ ਵਿੱਚ ਕੋਈ ਗਿਆਨ ਨਹੀਂ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕੰਠੈ ਰਹਿ ਗਇਓ ਰਾਮ, ਫਿਰ ਕਿੱਥੇ ਰਹਿ ਗਿਆ। ਇਸ ਕਰਕੇ ਤਾਂ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਬਾਲ ਜਵਾਨੀ ਅਰ ਬਿਰਧ ਫੁਨ, ਤੀਨ ਅਵਸਥਾ ਜਾਨ, ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਹੁਣ ਅਸੀਂ ਜੇ ਦੁਨਿਆਵੀ ਨੁਕਤੇ ਤੋਂ ਆਪਣੇ ਜੀਵਨ ਨੂੰ ਚੰਗਾ ਗਿਣਨਾ ਹੋਵੇ, ਇਸ ਸ਼ਬਦ ਦੀ ਵਿਚਾਰ ਨਾਲ ਹੀ ਅੱਜ ਕਰਦੇ ਹਾਂ। ਬਚਪਨ ਹੋ ਸਕਦਾ ਜੀ, ਬਚਪਨ ਦੇ ਵਿੱਚ ਜੀ ਬੜੇ ਆਨੰਦ ਮਾਣੇ, ਖਾਣ ਪੀਣ ਦੇ, ਪਹਿਨਣ ਦੇ, ਮਾਤਾ ਪਿਤਾ ਨੇ ਕੋਈ ਘਾਟ ਨਹੀਂ ਆਉਣ ਦਿੱਤੀ, ਇਸ ਕਰਕੇ ਬਚਪਨ ਮੇਰਾ ਤਾਂ ਚੰਗਾ ਸੀ। ਜਵਾਨੀ ਦੇ ਵਿੱਚ ਪੜ੍ਹਾਈ ਵਿਦਿਆ ਦੀ, ਕਾਰੋਬਾਰ ਦੀ ਮਿਹਨਤ ਕਰਕੇ ਬਹੁਤ ਜ਼ਿਆਦਾ ਧਨ ਕਮਾ ਲਿਆ, ਜਵਾਨੀ ਮੇਰੀ ਤਾਂ ਚੰਗੀ ਸੀ। ਗ੍ਰਸਤ ਜਿਹੜੀ ਆ, ਮੈਂ ਆਪਣੀ ਔਲਾਦ ਦੀ ਪਰਵਰਿਸ਼ ਬਹੁਤ ਵਧੀਆ ਕਰ ਦਿੱਤੀ, ਤਾਂ ਚੰਗੀ ਹੈ। ਬੁਢਾਪਾ ਰੋਗਾਂ ਤੋਂ ਰਹਿਤ ਬਤੀਤ ਹੋ ਗਿਆ, ਤਾਂ ਚੰਗਾ ਹੈ। ਤਾਂ ਇਹ ਸਾਰੇ ਜਿਹੜੇ ਚੰਗੇ ਪੱਖ ਗਿਣ ਰਿਹਾ ਆਪਣੀ ਹਰੇਕ ਅਵਸਥਾ ਦੇ, ਇਹ ਤਾਂ ਸਾਰੇ ਸਰੀਰਕ ਤਲ ਦੇ ਨੇ, ਆਤਮ ਤਲ ਦਾ ਤਾਂ ਇਹਦੇ 'ਚ ਕੋਈ ਅਰਥ ਹੈ ਹੀ ਨਹੀਂ। ਤਾਂ ਇਸ ਕਰਕੇ ਮਨੁੱਖ ਜਦੋਂ ਉੱਤਮਤਾ ਗਿਣਦਾ ਹੈ, ਉਹਦੇ ਵਿੱਚੋਂ ਗਿਆਨ ਦਾ ਪਰਸਪੈਕਟਿਵ ਬਾਹਰ ਕੱਢ ਸਕਦਾ। ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਫਿਰ ਭਜਨ ਦੀ ਅਵਸਥਾ ਕਿਹੜੀ ਰਹੀ, ਇਹ ਵੀ ਤਾਂ ਮਨੁੱਖ ਦੱਸੇ ਨਾ, ਕਿ ਆਪਣੇ ਆਤਮ ਸਰੂਪ ਨੂੰ ਦ੍ਰਿੜ ਕਰਨ ਦੀ ਕਿਹੜੀ ਅਵਸਥਾ ਰਹੀ। ਸੰਸਾਰ ਪੱਖ ਤੋਂ ਤਾਂ ਆਪਣੇ ਆਪ ਨੂੰ 100% ਪਰਫੈਕਟ ਸਾਬਤ ਕਰ ਦਿੱਤਾ ਜੀ, ਬਚਪਨ ਸਭ ਕੁਝ ਠੀਕ ਚਲਾ ਲਿਆ। ਪਰ ਜਿਹੜੇ ਅਧਿਆਤਮ ਅਰਥ ਜਿਹਨੂੰ ਗੁਰੂ ਸਾਹਿਬ ਕਹਿ ਰਹੇ ਹਨ ਕਿ ਅਬ ਜਿਹੜਾ ਹੈ ਕਿ ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਓ, ਜਾਂ ਰੋਜ਼ਾਨਾ ਪੜ੍ਹਦੇ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ, ਕਿ ਇਸ ਅਰਥ ਦੇ ਲਈ ਕਿਹੜੀ ਅਵਸਥਾ ਦੇ ਵਿੱਚ ਸਾਧਨਾ ਕੀਤੀ ਗਈ, ਇਹ ਪ੍ਰਸ਼ਨ ਸਾਡੇ ਸਨਮੁਖ ਹੈ। ਪਹਿਲਾ ਭਾਵ ਆਪਦੇ ਸਨਮੁਖ ਖਰਜ ਕਰ ਦਿੱਤਾ ਹੈ ਕਿ ਮਨੁੱਖ ਬਾਹਰੀ ਤੌਰ 'ਤੇ ਕੁਟੰਬ ਦਾ ਗੁਲਾਮ ਰਹਿੰਦਾ ਹੈ, ਮਤਲਬ ਮਾਤਾ ਪਿਤਾ, ਪਤਨੀ, ਔਲਾਦ ਅਤੇ ਅੱਗੇ ਜਾ ਕੇ ਹੋਰ। ਹੁਣ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਗਹਿ ਗਚ ਪਰਿਓ ਕੁਟੰਬ ਕੈ। ਹੁਣ ਇਹਦੇ ਅੰਤਰੀਵ ਭਾਵ ਆਪਦੇ ਸਨਮੁਖ ਖਰਜ ਕਰਦਿਆਂ ਹੁਣ ਕੁਟੰਬ ਬਣਦਾ ਜਿਵੇਂ ਬਹੁਤ ਸਾਰੇ ਜੁੜ ਜਾਣ। ਹੁਣ ਸਾਡੇ ਬਚਪਨ ਦੇ ਵਿੱਚ ਜਿਹੜੀ ਸਾਡੀ ਅੰਦਰੀਵੀ ਰੂਪ ਦੇ ਵਿੱਚ ਗਹਿ ਗਚ ਕੁਟੰਬ ਦੇ ਵਿੱਚ ਭਟਕ ਹੋਣ ਦੀ ਸਾਧਨਾ ਸੀ ਕਿ ਖਾਣ ਪੀਣ ਦੀ ਸੁੱਧ ਸੀ, ਇਸ ਤੋਂ ਚੰਗਾ ਨਹੀਂ ਹੈ। ਦੁਨੀਆ 'ਚ ਬਹੁਤ ਘੱਟ ਇਸ ਕਰਕੇ ਬੱਚੇ ਹੁੰਦੇ ਨੇ ਜਿਹੜੇ ਛੋਟੀ ਜਿਹੀ ਅਵਸਥਾ ਦੇ ਵਿੱਚ ਕਿਸੇ ਅਧਿਆਤਮਿਕ ਅਰਥਾਂ ਦੀ ਮੰਗ ਕਰਦੇ ਹਨ। ਇਸ ਕਰਕੇ ਤਾਂ ਕਰਕੇ ਜਦੋਂ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਨਾ, ਤਿੰਨ ਧਨ ਜਣੇਂਦੀ ਮਾਓ ਆਏ ਸਫਲ ਸੇ, ਇੱਕ ਦਿਨ ਇਸ ਨੁਕਤੇ ਨੂੰ ਵਾਚ ਰਿਹਾ ਸੀ ਕਿ ਜਦੋਂ ਬਾਬਾ ਫਰੀਦ ਸਾਹਿਬ ਕਿਸੇ ਮਾਂ ਨੂੰ ਧਨ ਕਹਿ ਰਹੇ ਨੇ ਅਤੇ ਉਹਨਾਂ ਦੇ ਧਨ ਸਾਹਮਣੇ ਕੀ ਆਦਰਸ਼ ਹੈ। ਅਸੀਂ ਕਿਸੇ ਬੰਦੇ ਨੂੰ ਵੀ ਧਨ ਕਹਿਣਾ ਹੋਵੇ ਤਾਂ ਉਹਦਾ ਕੋਈ ਕਮਾਲ ਦੇਖਦੇ ਹਾਂ, ਉਹਦਾ ਕੋਈ ਵੱਡਾ ਗੁਣ ਦੇਖਦੇ ਹਾਂ, ਉਸੇ ਗੁਣ ਦੀ ਵੱਡੀ ਮਹੱਤਤਾ ਦੇਖਦੇ ਹਾਂ, ਫਿਰ ਧਨ ਕਹਿੰਦੇ ਹਾਂ। ਉਂਝ ਤਾਂ ਦੁਨੀਆ ਦੇ ਵਿੱਚ ਹਰੇਕ ਮਾਂ ਆਪਣੀ ਔਲਾਦ ਨੂੰ ਜਨਮ ਦੇ ਰਹੀ ਹੈ, ਅਤੇ ਬਾਬਾ ਫਰੀਦ ਸਾਹਿਬ ਜੀ ਦੇ ਵਾਕਾਂ 'ਚੋਂ ਧਨ ਕਿਵੇਂ ਹੋ ਗਈ। ਉਹਦਾ ਠੀਕ ਹੈ ਕਿ ਉਹ ਬਹੁਤ ਵੱਡੇ ਇੱਕ ਮੌਤ ਵਰਗੇ ਕਸ਼ਟ ਨੂੰ ਸਹਾਰ ਕੇ ਔਲਾਦ ਨੂੰ ਨਿਰਮਾਣ ਕਰਦੀ ਹੈ, ਪਰ ਫਿਰ ਵੀ ਉਸ ਤੋਂ ਅਗਲਾ ਧਨ ਕੀ ਹੈ। ਫਿਰ ਉਹਦਾ ਬਾਬਾ ਫਰੀਦ ਸਾਹਿਬ ਜੀ ਨੇ ਆਦਰਸ਼ ਬਣਾਇਆ ਹੈ ਕਿ ਜਿਨ੍ਹਾਂ ਦੇ ਅੰਦਰ ਦਿਲੋਂ ਮੁਹੱਬਤ ਹੈ ਉਹਨਾਂ ਦੀ ਜਨਨੀ ਧਨ ਹੈ।
जिन्हें अपनी औलाद के अंदर बंदगी की चेटक नहीं पैदा की, जिन्हें गुणां की शुभ रास बन्नण वाले संस्कार ही नहीं उन्होंने मानसिक रूप विवहारक रूप दे विच दिते, वो उस वाकां दे विच धन नहीं है। तो इसे प्रकार मनुख का बचपन अचेत रहिंदा। खाण पीण की कोई भी 100 बंदा ही बचपन दे विच अचेत हुंदा है, पर उसनूं जगाउण दा जिहड़ा पहला कारज अध्यात्मक संस्कार है वो माता पिता ने देने हुंदे हन। इस करके तां क्या कि तैनूं देख, जिस अवस्था दे विच सिमरन की अवस्था नूं तूं कमाउण दे नाल तेरे सारे जीवन का बैलेंस बन जाना सी, तैनूं उस अवस्था ते ही नहीं रखिया गया। मैं इस गल नूं अपने निजी अनुभव च देखदा। अज बाणी दे नाल एक सुरता बनदी है, बाणी दे नाल हर वेले जुड़े रहण दा सुभाਅ है, जां अपने जीवन की जिन्नी संभाल दी समझ है गुरु शब्द के नुकते तो वो सारी जिन्नी क हुण तक घट गई है, पर इहदी ज़्यादा जिहड़ी वड्डी साधना सी वो बचपन विच हो चुकी सी, क्योंकि संस्कार ही ऐसे सन। अज जिस समय दे विच साडे वर्गा नौजवानी पੱਧਰ विकारां दी हुम्मस दे विच पता नहीं किधर किधर भटकिया फिरदा है। समय सिर शब्द का संस्कार मिलण दे नाल अपने मन की अपने देह दे सारे जिहड़े बल नेम जिहड़े मनमुखता विच पै के भटकणे ने उन्हां दी समझ आ गई, तो गुरु दे सन्मुख अरदास करके अपने जीवन नूं किसी खास नुकते ते टिका के ते गुरु बख्शिश दे पात्र बना लिया। इहदा कारण सी कि जदों अचेत सी, जदों बुद्धि दे विच विकार नहीं सी दखल होए, उस तो पहिलां भगती दी रास उहदे अंदर पाली सी। इस करके माता पिता दे आत्मक संस्कार बच्चे नूं उदों दिंदे ने जदों दा जीवन विकारां दे विच पूरा करच्छ हो जांदा, उहदी कोई संभावना ही नहीं बचदी। हुण इसे प्रकार भगत कबीर साह जी कहंदे पहलां बचपन च अचेत रहा, जवानी विच कामादिक लोड़ां नूं पूरीआं करदा रहा मानसिक रूप दे विच। हुण सरीरक रूप दे विच अज हरेक बच्चे माता पिता नूं अपना बच्चा तंदरुस्त नज़र आउंदा है, पर उहदा मानसिक बखेड़ा किन्ना पिया होया है इहदी पछाण कौन करेगा। इस करके भगत कबीर साह जी कहंदे अंदर फिर जवानी विच कमादक विकारां नूं फीड करदा है चिंतन द्वारा, जो भी अजकल जिन्ने साधन ने उन्हां द्वारा। फिर जदों गृहस्थ विच आउंदा है तो उदों कहंदे परिवारक दी लोभ दीआं प्रवृत्तियां नूं अपने हिस्से 'चों पूरीआं करदा है तो बिगारी न्याकार दे हेठ रहिंदा है। तो इस प्रकार भगत कबीर साह जी कहंदे गह गच परिओ कुटुंब कै, किसी एक पक्ष ते जाके भी नहीं मुक्त हो सकता। तो कहते कंठ है रह गयो राम, फिर किहड़ी जीवन की अवस्था कही जाएगी जित्थे विच मनुख जाके कहेगा कि मैं कुछ किया। भगत कबीर साह जी के सलोकों की आप जी ने व्याख्या श्रवण कर रहे हो। एक सलोक अक्सर आप जी नूं याद होएगा, कबीर मानस जन्म दुलंभ है होए ना बारै बार, जो बन फल पाके भोए गिरहे बहुर ना लागहे डार। ਇਹਦਾ ਭਾਵ ਕਿ ਇਹਦੇ ਵਿੱਚ ਕੋਈ ਖਾਸ ਦੁਰਲੱਭਤਾ, ਜੇ ਅਵਸਰ ਦੁਰਲੱਭ ਹੈ ਤਾਂ ਇਹਦੇ ਵਿੱਚ ਕੁਝ ਖਾਸ ਕਮਾਇਆ ਜਾ ਸਕਦਾ। ਪਰ ਭਗਤ ਕਬੀਰ ਸਾਹ ਜੀ ਕਹਿੰਦੇ ਗਹਿ ਗਚ ਪਰਿਓ ਕੁਟੰਬ ਕੈ, ਕੰਠੈ ਰਹਿ ਗਇਓ ਰਾਮ। ਹੁਣ ਇਸੇ ਪ੍ਰਕਾਰ ਇੱਕ ਸਰਲ ਜਿਹਾ ਪ੍ਰਮਾਣ ਆਪਦੇ ਸਨਮੁਖ ਰੱਖਦੇ ਹਾਂ। ਕਹਿੰਦੇ ਕੋਈ ਬਹੁਤ ਧਨਾੜ ਬੰਦਾ ਅੰਤਮ ਸਮੇਂ ਜਿਹੜਾ ਸੀ ਦੁਨੀਆ ਤੋਂ ਕੂਚ ਕਰਨ ਵਾਲਾ ਸੀ, ਬੋਲਣ ਤੋਂ ਅਸਮਰੱਥ ਹੋ ਗਿਆ, ਬੋਲ ਨਾ ਸਕੇ ਜੋ ਕਹਿਣਾ ਚਾਹੁੰਦਾ ਸੀ, ਧਨ ਆਦਿਕ ਬੜਾ ਜੋੜਿਆ ਸੀ ਤੇ ਇਸੇ ਪ੍ਰਕਾਰ ਚਾਹੁੰਦਾ ਸੀ ਕਿ ਚਲੋ ਸਾਰੀ ਜ਼ਿੰਦਗੀ ਤਾਂ ਔਲਾਦ ਨੂੰ ਭੇਜ ਨਹੀਂ ਦਿੱਤਾ, ਹੁਣ ਵੇਲੇ ਦੇ ਜੀਏ, ਪਰ ਜ਼ੁਬਾਨ ਤੋਂ ਬੋਲਿਆ ਨਾ ਜਾਵੇ। ਕਿਸੇ ਕੰਧ ਆਦਿਕ ਦੀ ਨੀਂਹ ਦੇ ਵਿੱਚ ਸਾਰਾ ਧਨ ਦੱਬਿਆ ਹੋਇਆ ਸੀ। ਇਸ਼ਾਰਾ ਕਰੇ ਕੰਧ ਦੇ ਵੱਲ, ਪੁੱਤਰ ਧੀਆਂ ਸਮਝਣ ਕਿ ਬਾਪੂ ਕਹਿੰਦਾ ਹੈ ਕਿ ਮੇਰਾ ਸਾਰਾ ਪੈਸਾ ਘਰ ਮਕਾਨ 'ਤੇ ਲੱਗ ਗਿਆ। ਉਹਨੇ ਜਦੋਂ ਉਹਨੇ ਹੱਥ ਨਾਲ ਇਸ਼ਾਰਾ ਕੀਤਾ ਕੰਧ ਦੀ ਤਰਫ, ਪੁੱਤਰ ਧੀਆਂ ਨੇ ਇਹ ਸਮਝ ਲਿਆ कि बापू कह रहे कि धन तो सारा इधर लग गया, मैं तुहानूं की दे सकदा। उन्होंने ये अर्थ कढ़ लिया। निराश होया फिर उंगली कर लगा, कल्ली उंगल उहदे वल कीती कंध वल। वो कहण लगे बापू कह रहा कि शायद मैं कल्ला ही संसार तो जावांगा, होर मेरे नाल किसी ने नहीं जाना। उन्हें फिर अर्थ ये कढ़ लिया। इस प्रकार फिर उन्हें अपने मत्थे ते हथ मारिया। औलाद ने फिर अर्थ ये कढ़ लिया कि बापू कहण लगा कि मनुखा जन्म निष्फल गया, कुछ मेरे नाल नहीं जान रहा, इस करके मैं जीवन की बाजी हार गया। वो धन का भेद अपनी औलाद नूं दे नहीं सकिया। तो इत्थे आखिर वो जिहड़ी मन दे विच जिहड़ी सी कि मेरे तो बाद सुखदाई हो जाणगे, वो मनशा उवें अधूरी रही। कंठ रह गयो राम। तो इस प्रकार भगत कबीर साहब जी कहते गह गच परिओ कुटुंब कै, कंठ रह गयो राम। कित्थे राम अपने जीवन की अवस्था नूं कमाउण दी जिहड़ी है सोझी मनुख दे कोल रह गई। इस करके भगत कबीर साहब जी कहते आए परे धर्म राए के। इस करके एक दिन आपदे सन्मुख नुकता अर्ज किया सी, संसारियों नूं मौत क्यों आउंदी है कि ये ज्ञान की साधना करके अपने बंधना की जकड़ नूं नहीं तोड़ सकते,
ਫਿਰ ਕਾਲ ਦੀ ਮਾਰ ਕਹਿੰਦੀ ਹੈ ਕਿ ਤੇਰੇ ਕੋਲੋਂ ਮੋਹ ਦੇ ਪਦਾਰਥਾਂ ਦੇ ਵਾਸਨਾ ਦੇ ਬੰਧਨ ਨਹੀਂ ਟੁੱਟ ਰਹੇ ਤਾਂ ਤੇਰੇ ਸਰੀਰ ਦੇ ਬਣੇ ਹੋਏ ਆਕਾਰ ਨੂੰ ਹੀ ਤੋੜ ਦਿੰਦੇ ਹਾਂ, ਤਾਂ ਇਹਦੇ ਵਿੱਚ ਮਾਨਸਿਕ ਬਣੀਆਂ ਹੋਈਆਂ ਪ੍ਰਪੇਖ ਸਾਰੇ ਟੁੱਟ ਜਾਣਗੇ। ਇਸ ਕਰਕੇ ਕਾਲ ਦੀ ਮਾਰ ਸੰਸਾਰੀਆਂ ਨੂੰ ਤਾਂ ਪੈਂਦੀ ਹੈ, ਕਿਉਂਕਿ ਕਿੰਨਾ ਦੇਖੀਦਾ ਕਿਸੇ ਪੱਧਰ 'ਤੇ ਜਾ ਕੇ ਵੀ ਮਨੁੱਖ ਨਹੀਂ ਇਮਾਨਦਾਰ ਹੁੰਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਆਏ ਪਰੇ ਧਰਮ ਰਾਏ ਕੇ। ਇਸੇ ਪ੍ਰਕਾਰ ਕਹਿੰਦੇ ਅੰਤਮ ਸਮੇਂ ਜਿਹੜੀ ਇਹਦੀ ਗਤ ਹੋਣ ਵਾਲੀ ਹੈ, ਫਿਰ ਹੁੰਦਾ ਕਿ ਬੀਚੇ ਹੈ ਤੂਮਾ ਧਾਮ। ਫਿਰ ਕਾਲ ਦੀ ਮਾਰ ਨਹੀਂ ਵਿਚਾਰਦੀ ਕਿ ਜ਼ਿੰਦਗੀ ਦਾ ਕੀ ਜਸ਼ਨ ਚੱਲ ਰਿਹਾ ਹੈ, ਜ਼ਿੰਦਗੀ ਦਾ ਕਿਹੜਾ ਪੱਖ ਚੱਲ ਰਿਹਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਕਰਕੇ ਅਧਿਆਤਮਿਕ ਨੁਕਤੇ ਤੋਂ ਇਹ ਵਾਚਣਾ ਜ਼ਰੂਰੀ ਹੈ। ਹੁਣ ਆਰੰਭ ਵਿੱਚ ਜ਼ਿਕਰ ਹੋਇਆ ਸੀ ਬੰਧਨ ਰੂਪ। ਕਦੀ ਕੁਦਰਤੀ ਦੇਖੀਏ ਅਸੀਂ ਰੋਜ਼ਾਨਾ ਵਾਕ ਅਸੀਂ ਕਹਿੰਦੇ ਹਾਂ ਕਿ ਅਸੀਂ ਗੁਰਸਿੱਖ ਹਾਂ, ਆਪਣੇ ਆਪ ਦੇ ਲਈ ਇਹ ਸ਼ਬਦ ਵਰਤਦੇ ਹਾਂ। ਗੁਰਸਿੱਖ ਜਿਹੜਾ ਮੇਰੇ ਜਾਚੇ ਜਿਹੜਾ 1 ਘੰਟਾ ਆਪਣੇ ਆਤਮਿਕ ਜੀਵਨ ਦੀ ਸੂਝ ਲਈ ਗੁਰੂ ਸ਼ਬਦ ਲਈ ਜੁੜਨ ਲਈ ਨਹੀਂ ਕੱਢ ਸਕਦਾ, ਉਹ ਗੁਰਸਿੱਖ ਦੇ ਅਰਥਾਂ ਵਿੱਚ ਪੂਰਾ ਨਹੀਂ ਗਿਣਿਆ ਜਾ ਸਕਦਾ। ਠੀਕ ਆ, ਉਹਦੀ ਸ਼ਰਧਾ ਦਾ ਮੁਕਾਮ ਭਾਵੇਂ ਕਿੰਨਾ ਵੱਡਾ ਹੋਵੇ, ਉਹਦੇ ਬਾਹਰੀ ਕਰਮ ਕਿੰਨੇ ਵੀ ਕਿਉਂ ਲੰਬੇ ਕਿਉਂ ਨਾ ਹੋਣ, ਪਰ ਜੇ ਉਹ ਸ਼ਬਦ ਦੀ ਵਿਚਾਰ ਨਾਲ ਆਪਣੇ ਗਿਆਨਮਈ ਜੀਵਨ ਨੂੰ ਉੱਚਾ ਨਹੀਂ ਕਰ ਰਿਹਾ ਤਾਂ ਉਹ ਗੁਰਸਿੱਖੀ ਜੀਵਨ ਦੇ ਵਿੱਚ ਇੱਕ ਨੁਕਤੇ ਤੋਂ ਅਧੂਰਾ ਹੀ ਗਿਣਿਆ ਜਾਏਗਾ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਆਏ ਪਰੇ ਧਰਮ ਰਾਏ ਕੇ ਬੀਚ ਹੈ ਤੂੰ। ਬਾਬਾ ਫਰੀਦ ਸਾਹਿਬ ਜੀ ਨੇ ਕਿੱਡਾ ਵੱਡਾ ਚਿੱਤਰ ਬਣਾਇਆ। ਕਹਿੰਦੇ ਦਰਿਆਵੈ ਕੰਨੈ ਬਗੁਲਾ ਬੈਠਾ ਕੇਲ ਕਰੇ ਕੇਲ ਕਰੇਂਦੇ ਹੰਝਨੋਂ ਅਚਿੰਤੇ ਬਾਜ ਪਏ। ਬਗਲੇ ਨੂੰ ਸੋਝੀ ਆ ਜਾਣੀ ਚਾਹੀਦੀ ਸੀ ਕਿ ਬੜੀ ਜ਼ਿੰਦਗੀ ਕਪਟ ਕਰ ਲਿਆ, ਹੁਣ ਮੱਛੀਆਂ ਦਾ ਖਹਿੜਾ ਖੂੜਾ ਛੱਡ ਕੇ ਤੇ ਪਰਾਂ ਹੋ ਕੇ ਬੈਠ ਜੇ, ਪਰ ਕਹਿੰਦੇ ਨਹੀਂ ਹਟਿਆ। ਫਿਰ ਕੀ ਹੋਇਆ, ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ। ਜੋ ਕੇਲਾਂ ਵਿਸਰੀਆਂ ਦਾ ਅਰਥ ਬੜਾ ਗਹਿਰਾ ਹੈ ਕਿ ਜ਼ਿੰਦਗੀ ਦੇ ਜਿੰਨੇ ਜਸ਼ਨ 1 ਸਕਿੰਟ ਦੇ ਵਿੱਚ, ਥੋੜ੍ਹੇ ਦਿਨਾਂ 12 ਮਾਹ ਦੀ ਬਾਣੀ 'ਚ ਵਾਕ ਪੜ੍ਹਦੇ ਆ, ਲੱਖ ਸੀਗਾਰ ਬਣਾਇਆ ਕਾਰਜ ਨਾਹੀ ਕੇਤ ਜਿਤ ਦਿਨ ਦੇਹ ਬਿਨਸ ਸੀ ਚਿਤ ਵੇਲੇ ਕਹਿਸਨ ਪ੍ਰੇਤ। ਕਦੀ ਆਪਣੀ ਜੀਵਨ ਦੀ ਦੀਰਘਤਾ ਨੂੰ ਵਾਚਣਾ ਚਾਹੀਦਾ ਹੈ। ਆਦ ਘਰੀ ਕੋਊ ਨਹਿ ਰਾਖੈ ਕਰਤੇ ਦੇਤ ਨਕਾਰ। ਜਾਂ ਇੱਕ ਗੁਰਬਾਣੀ 'ਚ ਵਾਕ ਆਉਂਦਾ ਹੰਸ ਚੱਲਿਆ ਤੂੰ ਪਿੱਛੇ ਰਹੀ ਇਹ ਛੁੱਟੜ ਹੋਈ ਇਹ ਨਾਰੀ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਬੀਚ ਇਹ ਤੂਮਾ ਧਾਮ। ਜ਼ਿੰਦਗੀ ਦਾ ਜਸ਼ਨ ਜਿਵੇਂ ਦਾ ਚਾਹੇ ਮੋਹ ਵਾਲਾ ਹੈ, ਚਾਹੇ ਵਿਕਾਰਾਂ ਦੇ ਪ੍ਰਭਾਵ ਵਾਲਾ ਹੈ, ਚਾਹੇ ਵਾਸਨਾ ਵਾਲਾ ਹੈ, ਫਿਰ ਕਾਲ ਦੀ ਮਾਰ 1 ਸੈਕਿੰਡ 'ਚ ਛੁਡਵਾ ਦਿੰਦੀ ਹੈ। ਅਤੇ ਫਿਰ ਮਨੁੱਖ ਆਪਣੇ ਆਪ ਨੂੰ ਹਾਰਿਆ ਹੋਇਆ ਸਮਝਦਾ ਕਿ ਕੋਈ ਅਵਸਥਾ ਨਹੀਂ ਹੈ ਜਿਹਦਾ ਪ੍ਰਮਾਣ ਬਣਾ ਸਕਾਂ। ਹੁਣ ਜਿਵੇਂ ਇੱਕ ਗੱਲ ਹੈ, ਜਿਵੇਂ ਕੋਈ ਇੱਕ ਧਿਰ ਕਿਸੇ ਬੰਦੇ 'ਤੇ ਕਾਨੂੰਨੀ ਦੋਸ਼ ਲਗਾ ਦੇਵੇ ਨਾ, ਤਾਂ ਪਹਿਲੀ ਤਰਫ ਤਾਂ ਉਹ ਘਬਰਾ ਜਾਂਦਾ ਕਿ ਮੇਰੇ 'ਤੇ ਦੋਸ਼ ਲੱਗ ਗਿਆ, ਪਰ ਦੂਜੇ ਤਰਫ 'ਤੇ ਯਤਨ ਕਰ ਦਿੰਦਾ ਕਿ ਇਸ ਦੋਸ਼ ਤੋਂ ਮੁਕਤ ਕਿਵੇਂ ਹੋਣਾ ਹੈ। ਫਿਰ ਉਹ ਦਲੀਲ ਸਬੂਤ ਪ੍ਰਮਾਣ ਹਵਾਲੇ ਜਟਾਉਣੇ ਸ਼ੁਰੂ ਕਰ ਦਿੰਦਾ, ਜਿਹਦੇ ਨਾਲ ਆਪਣੇ ਆਪ ਨੂੰ ਦੋਸ਼ ਮੁਕਤ ਸਾਬਤ ਕਰ ਲਵੇ। ਅਤੇ ਹੁਣ ਜੇ ਕਾਲ ਦੀ ਮਾਰ ਦੇ ਵਿੱਚ ਮਨਮੁਖੀ ਜੀਵਨ ਜਿਉਣ ਦਾ ਦੋਸ਼ ਹੈ, ਅਤੇ ਇਹਦੇ ਤੋਂ ਵੀ ਤਾਂ ਮੁਕਤ ਹੋਏਗਾ ਜੇ ਭਗਤੀ ਦੀ ਰਾਸ ਪੱਲੇ ਹੋਏਗੀ, ਜੇ ਜਾਣੇਗਾ ਕਿ ਵਾਕਿਆ ਗਿਆਨ ਦੀ ਵਿਚਾਰ ਨੂੰ ਸੁਣ ਕੇ ਅਤੇ ਆਪਣੇ ਆਪ ਨੂੰ ਵਿਕਾਰਾਂ ਦੇ ਬੰਧਨਾਂ ਤੋਂ ਆਜ਼ਾਦ ਰੱਖਿਆ ਹੈ, ਤਾਂ ਸੰਸਾਰ ਦੇ ਵਿੱਚ ਪੂਰਾ ਨਿਭਿਆ ਪਰ ਮਾਨਸਿਕ ਤੌਰ 'ਤੇ ਉਹਨਾਂ ਬੰਧਨਾਂ ਤੋਂ ਉਪਰਾਮ ਰਿਹਾ ਹੈ, ਤਾਂ ਹੀ ਉਹਦਾ ਪ੍ਰਮਾਣ ਬਣਾ ਸਕੇਗਾ। ਤਾਂ ਕਰਕੇ ਗੁਰਬਾਣੀ 'ਚ ਇੱਕ ਵਾਕ ਹੁੰਦਾ ਰੇ ਰੇ ਦਰਗਹ ਕਹਿ ਨਾ ਕੋਊ ਆਓ ਬੈਠ ਆਦਰ ਸ਼ੁਭ ਦੇਊ। ਇਸੇ ਪ੍ਰਕਾਰ ਤਾਂ ਬਾਣੀ 'ਚ ਐਸੇ ਵਾਕ ਆਉਂਦੇ ਨੇ ਉਹਾਂ ਮਹਿਲੀ ਪਾਵਹਿ ਤੂੰ ਬਾਸਾ ਜਨਮ ਮਰਨ ਹੈ ਹੋਇਆ ਬਿਨਾਸਾ। ਅਤੇ ਇਸੇ ਪ੍ਰਕਾਰ ਕਿ ਜਿਨ੍ਹਾਂ ਦੇ ਹੁਣ ਗੁਰੂ ਰੋਜ਼ਾਨਾ ਸਲੋਕ 'ਚ ਪੜ੍ਹਦੇ ਆ ਨਾਨਕ ਤੇ ਮੁਖ ਉਜਲੇ, ਉਹਦੇ ਵਿੱਚ ਇੱਕ ਪਹਿਲਾਂ ਆਉਂਦਾ ਗਏ ਮਸਕਤ ਕਾਲ। ਹੁਣ ਕਦੀ ਇਸ ਗੱਲ ਨੂੰ ਮੈਂ ਕਈ ਵਾਰੀ ਦੇਖਦਾ ਕਿ ਬਹੁਤ ਹੀ ਜ਼ਿਆਦਾ ਵਿਆਖਿਆ ਵੀ ਕੀ ਕਰਨੀ। ਜੇ ਮੈਂ ਕਿਸੇ ਨਿਕਟਵਰਤੀ ਆਪਣੇ ਅਧਿਆਤਮਿਕ ਪੁਰਖਾਂ ਕੋਲੋਂ ਇਹ ਗੱਲ ਸੁਣਦਾ ਰਿਹਾ ਕਿ ਜੇ ਕਿਤੇ ਸਿੱਖ ਚੱਜ ਨਾਲ ਜਪਜੀ ਸਾਹਿਬ ਪੜ੍ਹ ਵਿਚਾਰ ਅਤੇ ਅਮਲ ਕਰ ਲਏ ਤਾਂ ਇਹਦਾ ਜੀਵਨ ਕਿਵੇਂ। ਪੁਰਾਣੇ ਬਜ਼ੁਰਗ ਪਤਾ ਕੀ ਕਹਿੰਦੇ ਹੁੰਦੇ ਸਨ, ਕਦੇ ਆਪ ਜੀ ਨੂੰ ਯਾਦ ਹੋਵੇ, ਉਹ ਕਹਿੰਦੇ ਸਮੁੱਚੀ ਬਾਣੀ ਦਾ ਜਿਹੜਾ ਰਹਾਓ ਹੈ ਉਹ ਜਪਜੀ ਸਾਹਿਬ ਹੈ। ਪੂਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਜਿਹੜਾ ਤੱਤ ਸਾਰ ਹੈ ਉਹ ਜਪਜੀ ਸਾਹਿਬ 'ਚ ਹੈ, ਅਤੇ ਜਪਜੀ ਸਾਹਿਬ ਦਾ ਤੱਤ ਸਾਰ ਜਿਹੜਾ ਹੈ ਉਹ ਮੂਲ ਮੰਤਰ 'ਚ ਹੈ, ਅਤੇ ਮੂਲ ਮੰਤਰ ਦਾ ਤੱਤ ਸਾਰ ਕਹਿੰਦੇ ਓਅੰਕਾਰ 'ਚ ਹੈ। ਇੰਨੀ ਦੀਰਘ ਗੱਲ ਕਰਦੇ ਸਨ, ਪਰ ਸਾਨੂੰ ਹੁਣ ਦੇਖੋ ਉਹਦੇ ਵਿੱਚ ਆਉਂਦਾ ਗਏ ਮਸਕਤ ਕਾਲ। ਪਤਾ ਨਹੀਂ ਕਿਸੇ ਨੂੰ ਮਜਬੂਰ ਕੀਤਾ ਹੋਵੇ ਇਸ ਗੱਲ ਨੇ ਕਿ ਨਹੀਂ, ਕਿ ਜਿਹੜੀ ਆ ਗੁਰੂ ਸਾਹਿਬ ਜੀ ਗੱਲ ਕਹਿ ਰਹੇ ਨੇ ਕਿ ਸਖਤ ਘਾਲਣਾ ਕਰਦੇ ਨੇ, ਕਿਹੜੀ ਕਰਦੇ ਨੇ। ਫਿਰ ਉਹ ਜਪਜੀ ਸਾਹਿਬ ਦਾ ਪਾਠ ਸਾਰਾ ਧਿਆਨ 'ਚ ਰੱਖਣਾ ਪਏਗਾ, ਤਾਂ ਕਰਕੇ ਮਸਤਕ ਉਜਲ ਹੁੰਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਆਏ ਪਰੇ ਧਰਮ ਰਾਏ ਕੇ ਬੀਚ ਇਹ ਤੂਮਾ ਧਾਮ। ਇੱਕ ਇਸਲਾਮ ਦਾ ਸੂਫੀ ਫਕੀਰ ਹੋਇਆ,
ਤੇ ਉਹ ਜਦੋਂ ਅੰਤ ਸਮੇਂ ਇਸ ਸੰਸਾਰ ਤੋਂ ਜਾਣ ਲੱਗਾ ਤਾਂ ਉਹਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਮੇਰਾ ਲਾੜੇ ਵਰਗਾ ਸ਼ਿੰਗਾਰ ਕੀਤਾ ਜਾਵੇ। ਕਹਿਣ ਲੱਗਾ ਕਿ ਕਹਿੰਦਾ ਜਿਸ ਅਸਲ ਸਰੂਪ ਨੂੰ ਮੈਂ ਆਪਣਾ ਆਹ ਸਰੀਰ ਛੱਡ ਕੇ ਵਿਆਹੁਣ ਜਾ ਰਿਹਾ ਹਾਂ, ਮੈਂ ਉਹਦੇ ਲਈ ਪੂਰੇ ਗੁਣਾਂ ਵਾਲਾ ਹੋ ਗਿਆ ਹਾਂ। ਮਤਲਬ ਇੱਕ ਦਾ ਮਰਨਾ ਭੈ ਭੀਤ ਹੈ, ਜਿਹੜਾ ਸੰਸਾਰ ਦੇ ਨੁਕਤੇ ਤੋਂ ਮਰਿਆ, ਜਿਹੜਾ ਅਧਿਆਤਮਿਕ ਅਰਥਾਂ ਵਿੱਚ ਜਿਉਂ ਕੇ ਮਰਿਆ। ਉਹਨੇ ਕਿਹਾ ਕਿ ਮੇਰਾ ਐਸਾ ਸ਼ਿੰਗਾਰ ਕੀਤਾ ਜਾਵੇ ਕਿ ਮੈਂ ਧਰਮ ਦੇ ਸਾਰੇ ਗੁਣਾਂ ਦੇ ਨਾਲ ਆਪਣੇ ਜੀਵਨ ਨੂੰ ਭਰਪੂਰ ਰੱਖਿਆ ਹੈ, ਅਤੇ ਮੌਤ ਤੋਂ ਬਾਅਦ, ਮੌਤ ਦੇ ਰੂਪ ਤੋਂ ਬਾਅਦ ਜਿਹੜਾ ਮੇਰਾ ਆਪਣੇ ਅਸਲ ਰੂਪ ਦੇ ਨਾਲ ਵਿਆਹ ਹੋਣਾ ਹੈ, ਉਹਦੇ ਲਈ ਮੈਂ ਠੀਕ ਰੂਪ ਦੇ ਵਿੱਚ ਸੱਜ ਗਿਆ। ਇਸ ਕਰਕੇ ਮੈਂ ਯੋਗ ਹਾਂ, ਤਾਂ ਮੇਰਾ ਸ਼ਿੰਗਾਰ ਕੀਤਾ ਜਾਵੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਬੀਚ ਹੇਤੂਮਾ ਧਾਮ। ਇਸ ਕਰਕੇ ਗੁਰੂ ਸ਼ਬਦ ਨਾਲ ਜੁੜ ਕੇ ਆਪਣੇ ਆਤਮਿਕ ਜੀਵਨ ਦੀ ਜਿਹੜੀ ਉੱਚਤਾ ਹੈ ਉਹਨੂੰ ਜ਼ਰੂਰ ਕਮਾਉਣਾ ਚਾਹੀਦਾ। ਸੰਸਾਰਿਕ ਤਲ 'ਤੇ ਸਾਰੇ ਜਿਉਂ ਰਹੇ ਨੇ, ਜਦੋਂ ਬੜੀ ਵਾਰੀ ਵਾਕ ਮਜਬੂਰ ਕਰਦੇ ਨੇ, ਕਰਤੂਤ ਪਸ਼ੂ ਕੀ ਮਾਨਸ ਜਾਤ। ਗੁਰੂ ਸਾਹਿਬ ਜੀ ਨੇ ਮਨੁੱਖ ਜਾਤੀ ਨੂੰ ਪਸ਼ੂ ਦੇ ਨਾਲ ਤੁਲਨਾ ਦੇ ਦਿੱਤੀ। ਕਾਹਦੇ ਕਰਕੇ ਦਿੱਤੀ? ਕਿ ਇਹਦਾ ਕੋਈ ਧਰਮ ਵੀ ਧਰਤੀ ਨੂੰ ਫੀਡ ਨਹੀਂ ਕਰਦਾ। ਵੇਖੋ ਬਾਬਾ ਸਾਨੂੰ ਬਾਣੀ ਕਿੰਨਾ ਬਰੀਕ ਚੇਤਨ ਕਰਦੀ ਹੈ। ਨਰੂ ਮਰੈ ਨਰ ਕਾਮ ਨ ਆਵੈ, ਪਸ਼ੂ ਮਰੈ ਦਸ ਕਾਜ ਸਵਾਰੈ। ਆਸਾ ਦੀ ਵਾਰ 'ਚ ਰੋਜ਼ਾਨਾ ਪੜ੍ਹਦੇ ਹਾਂ ਕਿ ਗੁਰੂ ਸਾਹਿਬ ਦੀ ਬਾਣੀ ਵਿੱਚ ਪੜ੍ਹਦੇ ਪਾਵਨ ਵਾਕ ਪੜ੍ਹਦੇ ਹਾਂ ਕਿ 5 ਦੇਵਤੇ ਖਾਨੇ ਆ। ਜਦੋਂ ਮਨੁੱਖ ਦੇ ਸਰੀਰ ਨਾਲ ਛੋਹ ਜਾਂਦੇ ਨੇ, ਭ੍ਰਿਸ਼ਟ ਹੋ ਜਾਂਦੇ ਨੇ। ਆਹ ਕੁਦਰਤੀ ਹਵਾ ਲੈਂਦੇ ਹਾਂ, ਜਦੋਂ ਸਾਡੇ ਸਰੀਰ 'ਚੋਂ ਬਾਹਰ ਆਉਂਦੀ ਹੈ ਉਹਦਾ ਰੂਪ ਬਦਲ ਜਾਂਦਾ ਹੈ। ਇੰਨੀ ਜ਼ਿਆਦਾ ਧਰਤੀ 'ਤੇ, ਇਸ ਕਰਕੇ ਸੰਸਕ੍ਰਿਤੀ ਬਾਣੀ ਦੇ ਵਿੱਚ ਵਾਕ ਇੱਕ ਆਉਂਦਾ ਸੀ ਕਿ ਸਭ ਤੋਂ ਜਿਹੜੀ ਖਪਤਕਾਰੀ ਹੈ ਮਨੁੱਖ ਦੀ ਦੇਹ ਹੈ। ਇਸ ਕਰਕੇ ਤਾਂ ਹੀ ਬਾਣੀ 'ਚ ਵਾਕ ਹੁੰਦਾ ਮਾਟੀ ਕਾ ਕਿਆ ਧੁੱਪ ਹੈ ਸੁਆਮੀ, ਕਿ ਇੰਨੀ ਮਲੀਨ ਇਹ ਨਹੀਂ ਧੁੱਪ ਸਕਦੀ, ਪਰ ਜੇ ਮਾਲਕ ਬਖਸ਼ਿਸ਼ ਕਰ ਲੇ, ਗਿਆਨ ਦਾ ਪ੍ਰਕਾਸ਼ ਕਰ ਲੇ, ਤਾਂ ਇਹ ਉਜਲੀ ਹੋ ਜਾਂਦੀ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਸਾਨੂੰ ਬਖਸ਼ਿਸ਼ ਕਰਦੇ ਹਨ। ਯਤਨ ਕਰਿਆ ਕਰੀਏ ਆਪਣੇ ਅਧਿਆਤਮਿਕ ਦੀ ਜੀਵਨ ਦੀ ਸੂਝ ਵਾਲੇ। ਅੱਜ ਕਿਸੇ ਸੰਸਾਰੀ ਨੁਕਤੇ 'ਤੇ ਕਿਸੇ ਨੂੰ ਬੋਲਣ ਲਾ ਦਈਏ ਨਾ, 3 ਘੰਟੇ 10 ਘੰਟੇ ਤੱਕ ਬੋਲ ਸਕਦਾ ਹੈ। ਉਹਨੂੰ ਕਹਿ ਦਈਏ ਕਥਾ ਦੇ ਵਿੱਚ ਕਿਸ ਨੁਕਤੇ 'ਤੇ ਖਾਸ ਗੱਲ ਹੋਈ, 2 ਤੋਂ 3 ਵਾਕ ਨਹੀਂ ਕਹਿ ਸਕੇਗਾ, ਕਿਉਂਕਿ ਅਧਿਆਤਮਿਕ ਜੀਵਨ ਦੀ ਉਨੀ ਚਾਹਨਾ ਹੀ ਨਹੀਂ ਹੈ। ਇਸ ਕਰਕੇ ਗੁਰੂ ਕਿਰਪਾ ਕਰੇ ਸਾਡੀ ਬੁੱਧ, ਸਾਡੇ ਜੀਵਨ ਦੇ ਸਾਰੇ ਤਾਣ ਗੁਰੂ ਸ਼ਬਦ ਨਾਲ ਜੁੜ ਕੇ ਗੁਰੂ ਸ਼ਬਦ ਦੀ ਕਮਾਈ ਵਾਲੇ ਬਣਨ। ਸੰਸਾਰਕ ਬੰਧਨਾਂ ਨੂੰ ਹੌਲੀ ਹੌਲੀ ਵਿਰਾਮ ਦੇ ਕੇ ਅਸੀਂ ਆਪਣੇ ਅਸਲ ਜੀਵਨ ਭਗਤੀ ਦੇ ਮਕਸਦ ਵੱਲ ਪਰਤਣਾ ਸ਼ੁਰੂ ਕਰੀਏ, ਤਾਂ ਕਿ ਸਾਡਾ ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ। ਪਾਵਨ ਸ਼ਬਦ ਵਿਚਾਰ ਦੀ ਆਪ ਜੀ ਦੇ ਨਾਲ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।